ਟਿਵਾਣਾ ਰੇਡੀਓ ਦੇ ਸਤਿਕਾਰਤ ਸਰੋਤਿਓ ਲਓ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ। ਅੱਬਾ ਜਾਨ ਅਤਰਜੀਤ ਦੀ ਲਿਖੀ ਇਹ ਕਹਾਣੀ ਹੈ 1947 ਦੇ ਦਰਦ ਦੀ ਹੱਲਿਆਂ ਦੀ ਦਿਲ ਨੂੰ ਲੂਹ ਸੁੱਟਣ ਵਾਲੀ ਕਹਾਣੀ ਹੈ। ਇਨਸਾਨੀਅਤ ਦੀ ਬਾਤ ਪਾਉਂਦੀ ਹੈ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6 ਤੋਂ 8 ਤੇ ਸ਼ਾਮੀ 7:30 ਤੋਂ 9:30 ਤੁਸੀਂ ਪਟਿਆਲਾ ਸਟੂਡੀਓ 'ਚ ਲਾਈਵ ਸੁਣਦੇ ਹੋ। tivanaradio.com ਆਪਣੀ ਵੈਬਸਾਈਟ ਹੈ। ਆਪਣਾ ਆਈਫੋਨ ਤੇ ਐਂਡਰਾਇਡ ਐਪਸ ਨੇ ਉੱਥੇ ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਤੇ YouTube ਪੇਜ ਦਾ ਲਿੰਕ ਮਿਲੇਗਾ ਜਿੱਥੇ ਆਪਾਂ ਲਾਈਵ ਹੁੰਦੇ ਹਾਂ। ਇੰਸਟਾਲ ਕਰੋ, ਲਿੰਕ ਲਾਈਕ ਕਰੋ, ਬੈਲ ਆਈਕਨ ਦਬਾਓ ਤੇ ਇਸ ਪ੍ਰੋਗਰਾਮ ਦਾ YouTube ਦਾ ਲਿੰਕ ਆਪਣੇ WhatsApp ਨੰਬਰ ਤੇ ਮੰਗਵਾਉਣਾ ਜਾਂ ਪ੍ਰੋਗਰਾਮ ਦੇ ਵਿੱਚ ਲਾਈਵ ਕਾਲ ਕਰਨੀ ਹੈ। ਮੇਰਾ ਸੰਪਰਕ ਨੰਬਰ ਉਹ WhatsApp ਗਰੁੱਪ ਬਣਿਆ ਹੋਇਆ 9876309655 ਪਟਿਆਲਾ ਸਟੂਡੀਓ ਦਾ ਨੰਬਰ ਹੈ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਇਸ ਪ੍ਰੋਗਰਾਮ ਨੂੰ ਫੋਨ ਲਾਈਨ ਦੇ ਜ਼ਰੀਏ ਤੁਸੀਂ ਸੁਣ ਸਕਦੇ ਹੋ। ਉਸ ਦੇ ਵਾਸਤੇ ਕਾਲ ਟੂ ਲਿਸਨ ਨੰਬਰ ਹੈ ਅਮਰੀਕਾ ਦਾ 667-930-9260। ਇਸ ਨੰਬਰ ਤੇ ਡਾਇਲ ਕਰਕੇ ਅਮਰੀਕਾ ਦੇ ਵਿੱਚ ਰੇਡੀਓ ਨੂੰ ਲਾਈਵ ਸੁਣਿਆ ਜਾ ਸਕਦਾ ਹੈ। ਆਪਣੀ ਵੈਬਸਾਈਟ tivanaradio.com ਤੇ ਤੁਹਾਨੂੰ ਪੰਜਾਬੀ ਦੇ ਵਿੱਚ ਖਬਰਾਂ ਵੀ ਪੜ੍ਹਨ ਨੂੰ ਮਿਲਦੀਆਂ। ਇਹ ਸੀ ਪ੍ਰੋਗਰਾਮਾਂ ਦੀ ਜਾਣਕਾਰੀ। ਅੱਬਾ ਜਾਨ ਆ ਗਏ ਕਹਾਣੀ ਹੈ 47 ਦੇ ਦਰਦ ਦੀ, ਉਹਨਾਂ ਧਿਆਣੀਆਂ ਦੀ ਜਿਨ੍ਹਾਂ ਦੀਆਂ ਇੱਜ਼ਤਾਂ ਆਬਰੂਆਂ ਰੁਲੀਆਂ। ਲਿਖਤਮ ਨੇ ਅਤਰਜੀਤ। ਰੇਸ਼ਮ ਕੌਰ ਨੂੰ ਜਦੋਂ ਸੁਨੇਹਾ ਮਿਲਿਆ ਕਿ ਉਸਦੀ ਸਹੇਲੀ ਤੇ ਚਾਚੇ ਦੀ ਧੀ ਸੁਰਜੀਤ ਕੌਰ ਦਾ ਬਾਪ ਆਇਆ ਤਾਂ ਉਸ ਦਾ ਧੱਸ ਕਰਕੇ ਕਲੇਜਾ ਨਿਕਲ ਗਿਆ। ਉਸਨੂੰ ਤੇ ਹੌਲ ਹੀ ਪੈ ਗਿਆ ਸੀ। ਦੱਸਣ ਵਾਲੇ ਨੇ ਠੀਕ ਦੱਸਿਆ ਸੀ, ਪਰ ਰੇਸ਼ਮ ਕੌਰ ਨੂੰ ਉਸ ਦੱਸਣ ਵਾਲੇ ਦੇ ਸ਼ਬਦਾਂ ਤੇ ਯਕੀਨ ਨਹੀਂ ਸੀ ਜਿਨ੍ਹਾਂ ਦੇ ਵਿੱਚ ਸੁਰਜੀਤ ਕੌਰ ਦੇ ਬਾਪ ਦੀ ਆਮਦ ਦੀ ਖਬਰ ਸੀ। ਉਸ ਦੇ ਡੂੰਘੇ ਗਮ ਦੇ ਉੱਪਰੋਂ ਹੈਰਾਨੀ ਤੇ ਚੰਬੇ ਦੇ ਭਾਵ ਤਾਰੀ ਹੋ ਰਹੇ ਸਨ ਤੇ ਉੱਪਰ ਦੀ ਹੋ ਡੁੱਲਦੀ ਅਪਾਰ ਖੁਸ਼ੀ, ਚਾਅ ਤੇ ਅਜੀਬ ਕਿਸਮ ਦਾ ਹਲਾਰਾ ਉਸਦੇ ਅੰਗ ਅੰਗ ਦੇ ਵਿੱਚ ਘੁਲ ਰਿਹਾ ਸੀ। ਜਿਵੇਂ ਇਸ ਖੁਸ਼ੀ ਦੇ ਵਿੱਚ ਚਾਅ ਨੇ ਵੀ ਉਸ ਨੂੰ ਨਪੀੜ ਕੇ ਜਿਵੇਂ ਸਾਹ ਸੱਤਹੀਣ ਹੀ ਕਰ ਦਿੱਤਾ ਸੀ। ਹਾਏ ਵੇ ਰੱਬਾ, ਉਹਦੇ ਅੰਦਰੋਂ ਗੱਜ ਲੰਮੀ ਹੂਕ ਨਿਕਲੀ। ਖਬਰੇ ਮੇਰਾ ਅੱਬਾ ਵੀ ਨਾਲ ਆਇਆ ਹੋਵੇ, ਪਰ ਕਿੱਥੇ ਨਖੁੱਟੀ ਦੇ ਕਰਮ। ਉਸ ਨੂੰ ਰਹਿ ਕੇ ਯਕੀਨ ਨਹੀਂ ਸੀ ਆਉਂਦਾ ਕਿ 50 ਸਾਲ ਬਾਅਦ ਉਸ ਦਾ ਚਾਚਾ ਯਾਨੀ ਕਿ ਸੁਰਜੀਤ ਕੌਰ ਦਾ ਅੱਬਾ ਜਾਨ ਇਹ ਕਿੱਥੋਂ ਆ ਟੱਪ ਗਿਆ। ਉਸ ਨੂੰ ਗਮ ਤੁਣਕੇ ਮਾਰ ਰਿਹਾ ਸੀ ਤੇ ਉਸ ਨੂੰ ਉਹ ਦਿਨ ਵੀ ਚੇਤੇ ਆ ਰਹੇ ਸਨ ਜਦੋਂ ਇੱਕ ਭਿਆਨਕ ਚੰਦਰੀ ਨੇਰੀ ਆਈ ਜੋ ਪਰਿਵਾਰਾਂ ਨੂੰ ਉਜਾੜ ਕੇ ਲੈ ਗਈ। ਇੱਧਰੋਂ ਇੱਧਰ ਸੁੱਟ ਕੇ ਖਿਲਾਰ ਦਿੱਤੇ, ਕਤਲੇਆਮ ਹੋਇਆ, ਇੱਜ਼ਤ ਆਬਰੂ ਲੁੱਟੀਆਂ ਗਈਆਂ। ਪਰ ਇਸ ਕਾਸੇ ਦੇ ਉੱਪਰ ਦੀ ਚਾਹ ਭਰੀ ਤੇਜ਼ੀ ਤੇ ਉਤਾਵਲ ਉਸ ਨੂੰ ਸੁਰਜੀਤ ਕੌਰ ਦੇ ਘਰ ਵੱਲ ਖਿੱਚ ਰਹੀ ਸੀ ਤੇ ਉਹ ਖੁਸ਼ੀ ਦੇ ਵਿੱਚ ਲਹਿਰ ਲਹਿਰ ਹੋ ਗਈ। ਸ਼ੁਕਰ ਹੈ ਮੇਰਿਆ ਮਾਲਕਾ, ਉਸ ਖਾਨਦਾਨ ਦੀ ਕੋਈ ਨਿਸ਼ਾਨੀ ਤਾਂ ਮਿਲਾ ਦਿੱਤੀ ਰੱਬਾ। ਤੇ ਉਸ ਦੀਆਂ ਅੱਖਾਂ ਛਲਕ ਕੇ ਸ਼ਮ ਵਹਿ ਤੁਰੀਆਂ। ਤੇ ਜਦੋਂ ਉਹ ਸੁਰਜੀਤ ਦੇ ਘਰ ਵੱਲ ਜਾਣ ਲਈ ਸ਼ੂਟ ਵੱਟਣਾ ਚਾਹੁੰਦੀ ਸੀ ਤਾਂ ਉਸ ਦੀ ਨਿਗਾਹ ਆਪਣੇ ਵੱਡੇ ਲੜਕੇ ਕਿਰਪਾਲ ਤੇ ਪਈ ਜੋ ਮੱਝਾਂ ਨੂੰ ਪੱਠੇ ਪਾ ਰਿਹਾ ਸੀ। ਉਹ ਉਸ ਨਾਲ ਖੁਸ਼ੀ ਸਾਂਝੀ ਕਰਦੀ ਹੋਈ ਇੱਕ ਤਰ੍ਹਾਂ ਝੰਗਿਆੜ ਕੇ ਹੀ ਬੋਲੀ, ਵੇ ਕਿਰਪਾਲ, ਤੇਰਾ ਨਾਨਾ ਆਇਆ ਵੇ। ਰੇਸ਼ਮ ਕੌਰ ਨੂੰ ਛੇਤੀ ਛੇਤੀ ਚੁੰਨੀ ਦੇ ਪੱਲੇ ਨਾਲ ਰੇਸ਼ਮ ਕੌਰ ਨੇ ਅੱਖਾਂ ਵੀ ਪੂੰਝ ਲਈਆਂ। ਜਿੰਨੇ ਚਾਅ ਨਾਲ ਰੇਸ਼ਮ ਕੌਰ ਦੇ ਮੂੰਹੋਂ ਇਹ ਬੋਲ ਨਿਕਲੇ ਉਸ ਦਾ 10ਵਾਂ ਹਿੱਸਾ ਵੀ ਕਿਰਪਾਲ ਤੇ ਕੋਈ ਅਸਰ ਨਹੀਂ ਸੀ ਹੋਇਆ ਆਪਣੇ ਨਾਨੇ ਦੀ ਖਬਰ ਸੁਣ ਕੇ। ਅਸਲ ਦੇ ਵਿੱਚ ਇਹ ਸੁਨੇਹਾ ਦੇਣ ਵਾਲਾ ਪਹਿਲਾਂ ਉਸ ਨੂੰ ਹੀ ਮਿਲਿਆ ਸੀ ਤੇ ਖਬਰ ਸੁਣ ਕੇ ਕਿਰਪਾਲ ਵੀ ਜਿਵੇਂ ਇੱਕ ਪੱਥਰ ਜਿਹਾ ਬਣ ਗਿਆ ਸੀ। ਮਾਸੀ ਸੁਰਜੀਤ ਕੌਰ ਨਾਲ ਤਾਂ ਉਸ ਨੂੰ ਬਹੁਤ ਮੋਹ ਸੀ, ਪਰ ਉਸ ਦੇ ਬਾਪ ਦੇ ਜਾਣੀ ਕਿ ਸੁਰਜੀਤ ਦੇ ਪਿਤਾ ਦਾ ਆਉਣਾ ਉਸ ਨੂੰ ਕੋਈ ਚਾਅ ਨਹੀਂ ਸੀ ਬਲਕਿ ਮਾਯੂਸੀ ਵੀ ਸੀ। ਜਦੋਂ ਕਿਰਪਾਲ ਦੀ ਮਾਂ ਰੇਸ਼ਮ ਕੌਰ ਉਹਦੇ ਕੋਲ ਆ ਕੇ ਬੋਲੀ, ਵੀ ਮੈਂ ਤੈਨੂੰ ਕੀ ਕਿਹਾ, ਤੇਰਾ ਨਾਨਾ ਆਇਆ, ਤੇਰੀ ਮਾਸੀ ਸੁਰਜੀਤ ਕੌਰ ਦਾ ਪਿਓ, ਤਾਂ ਕਿਰਪਾਲ ਨੇ ਸਿਰਫ ਇੰਨਾ ਹੀ ਜਵਾਬ ਦਿੱਤਾ, ਤੂੰ ਮਿਲਾ ਫਿਰ। ਤੇ ਮਾਂ ਦੀ ਇਸ ਹੁਬ ਦੇ ਬਾਵਜੂਦ ਨਾਨਾ ਸ਼ਬਦ ਨਾਲ ਉਸ ਦਾ ਕੋਈ ਲਗਾਓ ਹੀ ਨਹੀਂ ਸੀ ਬਣਿਆ। ਉਹ ਕਿਰਪਾਲ 40 ਨੂੰ ਢੁੱਕਿਆ ਸੀ, 2 ਮੁੰਡਿਆਂ ਤੇ ਇੱਕ ਕੁੜੀ ਦਾ ਪਿਓ ਸੀ। ਅੱਜ ਤੱਕ ਉਸ ਨੇ ਆਪਣੀ ਮਾਂ ਦੇ ਮੂੰਹੋਂ ਬਾਪ ਜਾਂ ਨਾਨਾ ਸ਼ਬਦ ਵੀ ਕਦੇ ਨਹੀਂ ਸੀ ਸੁਣਿਆ। ਇਹ ਕਿਹੋ ਜਿਹਾ ਮੇਲ ਮੌਕਾ ਸੀ ਕਿ ਉਹ ਇੰਨਾ ਵੱਡਾ ਹੋ ਗਿਆ, ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੇ ਨਾਨਕੇ ਮਾਮੇ ਕਿੱਥੇ ਨੇ ਤੇ ਉਸ ਦਾ ਨਾਨਾ ਕੌਣ ਹੈ ਤੇ ਅੱਜ ਇਹ ਨਾਨਾ ਕਿੱਧਰੋਂ ਆ ਗਿਆ। ਇਸ ਮਸਲੇ ਸੰਬੰਧੀ ਤਾਂ ਜਦੋਂ ਵੀ ਕੋਈ ਬੋਲ ਉਸਦੇ ਕੰਨੀ ਪੈਂਦੇ ਇਹਨਾਂ ਰਿਸ਼ਤਿਆਂ ਨਾਨਿਆਂ ਮਾਮਿਆਂ ਦੇ ਬਾਰੇ ਤਾਂ ਉਸ ਦਾ ਕਾਲਜਾ ਵਿੰਨਣ ਵਾਲਾ ਹੋ ਜਾਂਦਾ।
ਜਦ ਉਸਦੀ ਤਾਈ ਕਰਤਾਰੀ ਆਪਣੇ ਬੱਚਿਆਂ ਸਮੇਤ ਪੇਕੇ ਜਾਂਦੀ ਤਾਂ ਕਈ ਵਾਰੀ ਕਿਰਪਾਲ ਵੀ ਉਹਨਾਂ ਦੇ ਨਾਲ ਆਪਣੀ ਤਾਈ ਦੇ ਪੇਕੀ ਗਿਆ। ਉਸ ਦੇ ਮਨ ਵਿੱਚ ਵੀ ਰੀਝ ਜਾਗਦੀ ਕਿ ਉਸਦੀ ਮਾਂ ਵੀ ਆਪਣੇ ਬੱਚਿਆਂ ਨੂੰ ਆਪਣੇ ਪੇਕੀ ਜਾਣੀ, ਅਸੀਂ ਵੀ ਨਾਨਕੇ ਜਾਈਏ। ਨਿੱਕੇ ਹੁੰਦੇ ਉਸਨੇ ਆਪਣੀ ਬੇਬੇ ਨੂੰ ਕਹਿਣਾ, ਬੇਬੇ ਸਾਨੂੰ ਨਾਨਕੇ ਵਿਖਾ ਕੇ ਲਿਆ। ਸੁਣ ਕੇ ਰੇਸ਼ਮ ਕੌਰ ਦੀ ਲੇਰ ਨਿਕਲ ਜਾਂਦੀ। ਉਹ ਆਪਣੇ ਇਹਨਾਂ ਬੱਚਿਆਂ ਨੂੰ ਕਿਹੜੇ ਨਾਨਕੇ ਲਿਜਾਵੇ, ਕਿਉਂਕਿ ਰੇਸ਼ਮ ਕੌਰ ਨਹੀਂ ਸੀ। ਤੇ ਬੱਚਿਆਂ ਦੀ ਇਹ ਨਾਨਕੇ ਜਾਣ ਦੀ ਜਿੱਦ ਸੁਣ ਕੇ ਰੇਸ਼ਮ ਦੇ ਮਨ ਦੇ ਵਿੱਚ ਕੀਰਨੇ ਪੈਂਦੇ। ਉਹ ਦਹੱਥੜੇ ਨਹੀਂ ਸੀ ਮਾਰ ਸਕਦੀ, ਪਰ ਫਿਰ ਵੀ ਬੱਚਿਆਂ ਤੇ ਕੋਈ ਅਸਰ ਨਾ ਪਵੇ ਉਹ ਚੁੱਪ ਵੱਟ ਲੈਂਦੀ। ਫਿਰ ਮਾਂ ਦੀ ਚੁੱਪ ਦੇ ਵਿੱਚੋਂ ਗਮ ਭਰੀ ਧੁਨੀ ਪੈਦਾ ਹੁੰਦੀ ਰਹਿੰਦੀ, ਜੋ ਕਿਰਪਾਲ ਦੇ ਹਿਰਦੇ ਤੇ ਵੀ ਥੋੜੇ ਵਾਂਗ ਠਕ ਠਕ ਵੱਜਦੀ ਰਹਿੰਦੀ। ਤੇ ਭਾਈ ਲੇਲਾ ਨਾਨਕਿਆਂ ਨੂੰ ਤਿਆਰ ਹੋ ਗਿਆ ਤੇ ਉਹਦੀ ਮਾਂ ਨੇ ਉਸ ਨੂੰ ਢੋਲਕੀ ਦੇ ਵਿੱਚ ਬੰਦ ਕਰ ਦਿੱਤਾ। ਢੋਲਕੀ ਰੁੜਦੀ ਗਈ ਤੇ ਫਿਰ ਬਘਿਆੜ ਨੇ ਉਸ ਨੂੰ ਘੇਰ ਲਿਆ। ਲੈ ਲਿਆ ਬਾਹਰ ਆ, ਮੈਂ ਤੈਨੂੰ ਖਾਣਾ, ਬਘਿਆੜ ਨੇ ਆਖਿਆ। ਤੇ ਅੱਗੋਂ ਲੇਲੇ ਨੇ ਕਹਿਣਾ, ਨਾਨਕੇ ਘਰ ਜਾਊਂਗਾ, ਲੱਡੂ ਪੇੜੇ ਖਾਊਂਗਾ, ਮੋਟਾ ਹੋ ਕੇ ਆਊਂਗਾ, ਆਉਂਦੇ ਨੂੰ ਖਾ ਲਈ। ਨਾਨਕੇ ਜਾਣ, ਬਘਿਆੜ ਸ਼ੇਰ ਆਦਿ ਦੇ ਮਿਲਣ ਦੀ ਤੇ ਫਿਰ ਨਾਨੀ ਕੋਲ ਰਹਿ ਕੇ ਲੱਡੂ ਪੇੜੇ ਖਾਣ ਤੇ ਫਿਰ ਆਪਣੇ ਪਿੰਡ ਵਾਪਸ ਪਰਤਣ ਦੀ ਕਹਾਣੀ ਉਸਨੇ ਅਨੇਕਾਂ ਵਾਰ ਬੇਬੇ ਜਾਂ ਅੰਬੋ ਪਾਸੋਂ ਸੁਣੀ ਸੀ। ਕਿਉਂਕਿ ਦੋਸਤੋ, ਮੈਨੂੰ ਵੀ ਕਹਾਣੀ ਪੜ੍ਹਦਿਆਂ ਚੇਤੇ ਆ ਗਿਆ। ਇਦਾਂ ਅਕਸਰ ਕਹਿੰਦੇ ਹੁੰਦੇ ਸੀ ਕਿ ਇੱਕ ਲੇਲੇ ਨੂੰ ਢੋਲਕੀ ਦੇ ਵਿੱਚ ਬੰਦ ਕਰ ਦਿੱਤਾ, ਰੇੜ ਦਿੱਤਾ। ਰਾਹ ਦੇ ਵਿੱਚ ਉਹਨੂੰ ਸ਼ੇਰ ਮਿਲਿਆ, ਕਹਿੰਦਾ ਲੈ ਲਿਆ ਬਾਹਰ ਆ, ਮੈਂ ਤੈਨੂੰ ਖਾਣਾ। ਤੇ ਅੱਗੋਂ ਲੇਲੇ ਨੇ ਕਹਿਣਾ, ਨਾਨਕੇ ਘਰ ਜਾਊਂਗਾ, ਲੱਡੂ ਪੇੜੇ ਖਾਊਂਗਾ, ਮੋਟਾ ਹੋ ਕੇ ਆਊਂਗਾ, ਤੂੰ ਆਉਂਦੇ ਨੂੰ ਖਾ ਲਈ। ਬਚਪਨ ਦੇ ਵਿੱਚ ਇਹ ਕਹਾਣੀ ਮੈਂ ਵੀ ਸੁਣੀ ਹੈ, ਸ਼ਾਇਦ ਤੁਸੀਂ ਵੀ ਸੁਣੀ ਹੋਵੇ। ਖੈਰ, ਅਤਰਜੀਤ ਇਸ ਕਹਾਣੀ ਦੇ ਲਿਖਦੇ ਨੇ ਕਿ ਇਹ ਕਹਾਣੀ ਜਦੋਂ ਕਿਰਪਾਲ ਸੁਣਦਾ ਤਾਂ ਉਸ ਨੂੰ ਬੜਾ ਅਜੀਬ ਲੱਗਦਾ, ਕਿਉਂਕਿ ਉਹ ਵੀ ਨਾਨਕਿਆਂ ਨੂੰ ਤਰਸਦਾ ਸੀ ਤੇ ਉਹ ਆਪਣੇ ਆਪ ਨੂੰ ਲੇਲੇ ਵਾਂਗ ਮਹਿਸੂਸ ਕਰਦਾ ਕਿ ਪਤਾ ਨਹੀਂ ਨਾਨਕੇ ਜਾਂਦੇ ਨੂੰ ਕਿਹੜਾ ਬਘਿਆੜ ਉਸ ਨੂੰ ਖਾ ਰਿਹਾ ਸੀ। ਪਰ ਇਹ ਬਘਿਆੜ ਦੇ ਬਾਰੇ ਉਹ ਨਹੀਂ ਸੀ ਜਾਣਦਾ, ਜਿਹੜਾ ਉਹਦੇ ਨਾਨਕਿਆਂ ਨੂੰ ਤੇ ਉਸ ਨੂੰ ਵੀ ਖਾ ਚੁੱਕਾ ਸੀ। ਕਿਰਪਾਲ ਦੀਆਂ ਦੋ ਵੱਡੀਆਂ ਭੈਣਾਂ ਸਨ, ਚੰਨੋ ਤੇ ਧੰਨੋ। ਉਸ ਨੂੰ ਵੀ ਕਹਾਣੀਆਂ ਆਉਂਦੀਆਂ ਸਨ ਤੇ ਉਹ ਉਸ ਨੂੰ ਸੁਣਾਉਂਦੀਆਂ ਰਹਿੰਦੀਆਂ। ਨਾਨਕਿਆਂ ਅਤੇ ਖੁੰਖਾਰ ਜਾਨਵਰਾਂ ਦਾ ਚੇਤਾ ਕਰਕੇ ਕਿਰਪਾਲ ਡਰ ਜਾਂਦਾ। ਸ਼ਾਇਦ ਉਸ ਦੇ ਨਾਨਕਿਆਂ ਦੇ ਰਾਹ ਵਿੱਚ ਬਹੁਤ ਸਾਰੇ ਜੰਗਲੀ ਜਾਨਵਰ ਬੈਠੇ ਸਨ ਤੇ ਫਿਰ ਉਸਨੇ ਨਾਨਕੀ ਜਾਣ ਦਾ ਖਿਆਲ ਛੱਡ ਦਿੱਤਾ। ਸੋ ਇਸ ਤਰ੍ਹਾਂ ਉਹ ਬਚਪਨ ਦੀ ਲੇਲੇ ਦੇ ਢੋਲਕੀ ਦੇ ਵਿੱਚ ਵੜ ਕੇ ਰੁੜਦੇ ਨਾਨਕੇ ਜਾਣ ਦੀ ਉਹ ਕਹਾਣੀ ਉਸ ਨੂੰ ਦਫਾੜ ਕਰ ਸੁੱਟਦੀ। ਹੀਣਤਾ ਅਤੇ ਗਿਲਾਨੀ ਦੇ ਭਾਵ ਨਾਲ ਨਪੀੜੇ ਕਿਰਪਾਲ ਨੇ ਅਨੇਕਾਂ ਵਾਰ ਆਪਣੇ ਆਪ ਤੇ ਗੁੱਸਾ ਵੀ ਕੀਤਾ। ਕਦੇ ਉਸ ਨੂੰ ਆਪਣੇ ਬਾਪ ਬੰਤਾ ਸਿੰਘ ਨਾਲ ਵੀ ਨਫ਼ਰਤ ਹੋਣ ਲੱਗਦੀ ਤੇ ਜਦੋਂ ਕਦੇ ਉਸ ਦੇ ਬਾਪ ਬੰਤਾ ਸਿੰਘ ਨੇ ਉਸ ਨੂੰ ਘੂਰਿਆ ਜਾਂ ਕੁੱਟਿਆ ਤਾਂ ਉਹ ਵੀ ਮਨ ਦੇ ਵਿੱਚੋਂ ਚਿਤਾਰਨੋਂ ਨਹੀਂ ਰਹਿ ਸਕਿਆ ਕਿ ਵੱਡਾ ਹੋ ਲੈਣ ਦੇ, ਮੈਂ ਵੀ ਤੇਰੀਆਂ ਲੱਤਾਂ ਵੱਢਾਂਗਾ। ਬਾਪ ਬਾਰੇ ਉਹੀ ਸੋਚਦਾ। ਬੇਸ਼ੱਕ ਵੱਡਾ ਹੋ ਕੇ ਕਿਰਪਾਲ ਸਿੰਘ ਆਪਣੇ ਬਾਪ ਬੰਤਾ ਸਿੰਘ ਦੀ ਕੁੱਟ ਨੂੰ ਭੁੱਲ ਗਿਆ ਸੀ ਤੇ ਇਸ ਵਿਚਾਰ ਨੂੰ ਬਦਲਾ ਲੈਣ ਨੂੰ ਵੀ ਭੁੱਲ ਗਿਆ ਸੀ। ਪਰ ਇਹ ਸੰਤਾਪ ਕਿਹੜਾ ਘੱਟ ਸੀ ਕਿ ਉਸ ਨੂੰ ਰਿਸ਼ਤਾ ਵੀ ਨਾਨਕੇ ਵਿਹੂਣੀ ਔਰਤ ਦਾ ਹੀ ਹੋਇਆ, ਜਾਣੀ ਕਿ ਉਸ ਦੀ ਪਤਨੀ ਦੇ ਵੀ ਕੋਈ ਨਾਨਕੇ ਨਹੀਂ ਸੀ। ਜੇ ਉਹ ਚੰਗੇ ਖਾਨਦਾਨ ਦੇ ਵਿੱਚ ਜੰਮਿਆ ਹੁੰਦਾ, ਚੰਗੇ ਉਹਦੇ ਨਾਨਕੇ ਮਾਮੇ ਨਾਨੇ ਹੁੰਦੇ, ਤਾਂ ਉਸ ਨੂੰ ਵੀ ਕਿਸੇ ਚੰਗੇ ਖਾਨਦਾਨ ਦਾ, ਕਿਸੇ ਨਾਨਕਿਆਂ ਵਾਲੀ ਦਾ ਰਿਸ਼ਤਾ ਹੋਣਾ ਸੀ। ਉਸ ਦੀ ਤੀਵੀਂ ਕਿਰਪਾਲ ਦੀ ਭਾਵੇਂ ਚੰਗੀ ਸੀ, ਸੋਹਣੀ ਸੁਨੱਖੀ ਤੇ ਸਮਝਦਾਰ ਸੀ ਤੇ ਕਿਰਪਾਲ ਤੇ ਉਸ ਦੇ ਪਤਨੀ ਦੇ ਕੁੱਖੋਂ 3 ਬੱਚੇ ਵੀ ਜੰਮੇ। ਪਰ ਸੀ ਤਾਂ ਉਹ ਉਜੜੇ ਜਿਹੇ ਪਿੰਡ ਖੋਖਰ ਦੇ ਅਮਲੀ ਤੇ ਘੋਰੇ ਬਚਨੀ ਦੀ ਔਲਾਦ, ਜਿਸ ਨੂੰ ਲੋਕੀ ਪਿੰਡ ਦੀ ਜੂਠ ਕਹਿੰਦੇ ਸਨ। ਵੱਡਾ ਟੁੱਕੀ ਵੇਲੇ ਉਹ ਪਿੰਡ ਦੇ ਮੁਸਲਮਾਨਾਂ ਦੀ ਕੁੜੀ ਨੂੰ ਚੁੱਕ ਲਿਆਇਆ ਸੀ, ਖੋਖਰ ਪਿੰਡ ਦਾ ਅਮਲੀ, ਤੇ 6-7 ਸਾਲ ਦੀ ਬਾਲੜੀ ਨੂੰ ਵੱਡੀ ਹੋਣ ਤੋਂ ਪਹਿਲਾਂ ਹੀ ਵਿਆਹ ਦਿੱਤਾ ਸੀ ਤੇ ਉਹ ਕੁੜੀ 10ਵਾਂ ਵਰ੍ਹਾ ਵੀ ਨਹੀਂ ਸੀ ਟੱਪੀ, ਰੋਲ ਮਧੋਲ ਦਿੱਤੀ ਗਈ। 12ਵੇਂ ਵਰ੍ਹੇ ਹੀ ਲੱਛੋ ਨੇ ਇਸ ਪ੍ਰੀਤੋ ਨੂੰ ਜਨਮ ਦਿੱਤਾ ਸੀ, ਜੋ ਹੁਣ ਕਿਰਪਾਲ ਦੇ ਬੱਚਿਆਂ ਦੀ ਮਾਂ ਸੀ। ਇਹੋ ਜਿਹਾ ਸੀ ਕਿਰਪਾਲ ਦੇ ਸਹੁਰਿਆਂ ਦਾ ਪਿਛੋਕੜ। ਸੋ ਕਿਰਪਾਲ ਤੇ ਪ੍ਰੀਤੋ ਨੇ ਕਿਵੇਂ ਪਹਿਲੀ ਰਾਤ ਹੀ ਇਹ ਰਾਜ ਸਾਂਝੇ ਕਰ ਲਏ ਸੀ। ਇਸ ਕਰਕੇ ਸ਼ਾਇਦ ਉਹ ਆਪਣੇ ਜ਼ਖਮਾਂ ਤੇ ਮੱਲਮ ਲਾ ਰਹੇ ਸਨ ਜਾਂ ਅਣਜਾਣ ਭਰਨੇ ਦੇ ਵਿੱਚ ਆਪਣੇ ਜ਼ਖਮਾਂ ਨੂੰ ਕੁਰੇਦ ਰਹੇ ਸਨ। ਤੇ ਅਗਲੇ ਦਿਨ ਕਿਰਪਾਲ ਤੇ ਉਸ ਦੀ ਪਤਨੀ ਪ੍ਰੀਤੋ ਇੱਕ ਦੂਜੇ ਕੋਲੋਂ ਆਪਣੇ ਆਪ ਨੂੰ ਲੁਕਾਉਂਦੇ ਫਿਰਦੇ
ਜਿਵੇਂ ਦੋਨੋਂ ਹੀ ਇੱਕ ਦੂਜੇ ਦੀਆਂ ਨਜ਼ਰਾਂ ਦੇ ਵਿੱਚ ਨਕੱਦੇ ਹੋ ਗਏ ਸਨ। ਬੜਾ ਸੋਹਣਾ ਲਫ਼ਜ਼ ਹੈ ਨਕੱਦੇ, ਜਾਣੀ ਕੱਦ ਕਾਠ ਨਹੀਂ ਸੀ, ਮਾਣ ਸਤਿਕਾਰ ਨਹੀਂ ਸੀ, ਤੇ ਇੱਕ ਦੂਸਰੇ ਦੀਆਂ ਨਜ਼ਰਾਂ ਦੇ ਵਿੱਚ ਕਿਰਪਾਲ ਸਿੰਘ ਤੇ ਪ੍ਰੀਤੋ ਨਕੱਦੇ ਹੋ ਗਏ ਸਨ, ਕਿਉਂਕਿ ਦੋਨੋਂ ਹੀ ਨਾਨਕਿਆਂ ਵਾਰੇ ਸਨ, ਜਾਣੀ ਕਿ ਪਾਕਿਸਤਾਨ ਦੀਆਂ ਮੁਸਲਿਮ ਉਦਲ ਗਈਆਂ ਔਰਤਾਂ ਦੇ ਬੱਚੇ ਸਨ। ਪਰ ਹੌਲੀ-ਹੌਲੀ ਕਿਰਪਾਲ ਤੇ ਉਸ ਦੀ ਸ਼ਰੀਕੇ ਹੱਥ ਪ੍ਰੀਤੋ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਤੇ ਉਹਨਾਂ ਦੀ ਜ਼ਿੰਦਗੀ ਸਹਿਜ ਹੋ ਗਈ। ਤੇ ਨਾਨਾ ਸ਼ਬਦ ਨੇ ਕਿਰਪਾਲ ਦੇ ਮਨ ਦੇ ਵਿੱਚ ਇਸੇ ਕਰਕੇ ਕੋਈ ਤਰੰਗ ਨਹੀਂ ਸੀ ਛੇੜੀ। ਉਹ ਉਵੇਂ ਦਾ ਟੋਕਰੇ ਭਰ-ਭਰ ਕੇ ਪੱਠੇ ਖੁਰਲੀਆਂ ਦੇ ਵਿੱਚ ਪਸ਼ੂਆਂ ਦੇ ਵਾਸਤੇ ਉਲਟਾਉਂਦਾ ਰਿਹਾ ਤੇ ਸਭ ਕੁਝ ਉਸਨੇ ਅਣਸੁਣਿਆ ਕਰ ਦਿੱਤਾ ਜੋ ਉਸਦੀ ਮਾਂ ਨੇ ਉਸਨੂੰ ਕਿਹਾ। ਲੰਮੀ ਸਾਰੀ ਬਾਂਹ ਵਧਾ ਕੇ ਉਸਨੇ ਕੱਟੇ ਵੱਲ ਵੀ ਕੁਝ ਪੱਠੇ ਢੱਕ ਦਿੱਤੇ ਤੇ ਫਿਰ ਉਹਦੇ ਕੰਨਾਂ ਦੇ ਵਿੱਚ ਆਪਣੀ ਮਾਂ ਦੇ ਰੇਸ਼ਮ ਕੌਰ ਦੇ ਉਹੀ ਬੋਲ ਗੂੰਜੇ, ਵੇ ਕਿਰਪਾਲਿਆ, ਮੈਂ ਕਿਹਾ ਚੱਲ ਵੇ, ਤੇਰਾ ਨਾਨਾ ਆਇਆ, ਮਿਲ ਚੱਲੀਏ। ਕਹਿ ਕੇ ਰੇਸ਼ਮ ਕੌਰ ਦੇ ਬੁੱਲ੍ਹਾਂ ਤੇ ਫਿਰ ਰੇਸ਼ਮ ਕੌਰ ਨੇ ਮੁਸਕਰਾਹਟ ਲਿਆਉਣ ਦਾ ਯਤਨ ਕੀਤਾ ਤੇ ਕਿਰਪਾਲ ਅਣਮੰਨੇ ਜੇ ਮਨ ਨਾਲ ਬੋਲਿਆ, ਕਿਹੜਾ ਨਾਨਾ ਆਇਆ, ਐਵੇਂ ਭਕਾਈ ਮਾਰੀ ਜਾਨੀ ਐ। ਖਿਝਿਆ ਖੱਪਿਆ ਕਿਰਪਾਲ ਆਪਣੀ ਮਾਂ ਰੇਸ਼ਮ ਕੌਰ ਦੀ ਕੋਈ ਵੀ ਗੱਲ ਸੁਣਨਾ ਨਹੀਂ ਸੀ ਚਾਹੁੰਦਾ ਜਾਂ ਜਾਣ ਬੁੱਝ ਕੇ ਅਣਸੁਣੀ ਕਰਨਾ ਚਾਹੁੰਦਾ ਸੀ। ਰੇਸ਼ਮ ਕੌਰ ਬੋਲੀ, ਵੇ ਸੱਚੀ ਤੇਰੀ ਸਹੁੰ, ਤੇਰੀ ਮਾਸੀ ਸੁਰਜੀਤ ਕੌਰ ਦਾ ਬਾਪ ਆਇਆ ਪੁੱਤ। ਉੱਪਰੋਂ ਵਿਖਾਏ ਚਾਹ ਪਰ ਪਾਟੀ ਹੋਈ ਆਵਾਜ਼ ਦੇ ਵਿੱਚੋਂ ਉੱਠਦੇ ਗਮ ਦੇ ਗੁਬਾਰ ਦੇ ਬਾਵਜੂਦ ਕਿਰਪਾਲ ਦੇ ਅੰਦਰੋਂ ਕੋਈ ਚਿੰਗਾੜੀ ਨਾ ਮੱਗੀ, ਪਰ ਉਹ ਥੋੜਾ ਕੁ ਹੱਲਿਆ ਜ਼ਰੂਰ। ਮਾਸੀ ਸੁਰਜੀਤ ਕੌਰ ਦਾ ਬਾਪ ਕਿੱਥੋਂ ਆ ਗਿਆ, ਐਵੇਂ ਝੂਠ ਮਾਰੀ ਜਾਨੀ ਆ ਮਾਂ। ਰੇਸ਼ਮ ਕੌਰ ਦੀ ਆਤਮਾ ਪੁਕਾਰ ਰਹੀ ਸੀ। ਜੋ ਉਥਲ ਪੁਥਲ ਉਸਦੇ ਆਪਣੇ ਅੰਦਰ ਹੋ ਰਹੀ ਸੀ, ਉਸੇ ਤਰ੍ਹਾਂ ਦੀ ਉਥਲ ਪੁਥਲ ਕਿਰਪਾਲ ਦੇ ਅੰਦਰ ਵੀ ਹੋਣ ਲੱਗੀ। ਇੱਕਦਮ ਭੁਚਾਲ ਆ ਜਾਏ ਜਿਵੇਂ। ਕਿਰਪਾਲ ਨੂੰ ਅਜੇ ਵੀ ਦੁਪਹਿਰ ਦੀ ਰੁਕੀ ਹੋਈ ਹਵਾ ਦੇ ਵਾਂਗ ਸਹਿਜ ਜਾਪ ਰਿਹਾ ਸੀ। ਰੇਸ਼ਮ ਕੌਰ ਦੇ ਆਪਣੇ ਜ਼ਿਹਨ ਦੇ ਵਿੱਚ ਤਾਂ ਇੱਕ ਭੁਚਾਲ ਆਇਆ ਹੋਇਆ ਸੀ। ਉਹ ਚਾਹੁੰਦੀ ਸੀ ਕਿ ਕੋਈ ਉਸ ਨੂੰ ਆ ਕੇ ਸੁਨੇਹਾ ਦੇਵੇ, ਕੁੜੇ ਰੇਸ਼ਮ ਕੌਰ, ਤੇਰਾ ਬਾਪੂ ਆਇਆ। ਉਸ ਦੀਆਂ ਅੱਖਾਂ ਅੱਗੇ 11-12 ਸਾਲ ਦਾ ਉਹ ਬਚਪਨ ਇੱਕਦਮ ਫਿਲਮ ਦੀ ਤਰ੍ਹਾਂ ਘੁੰਮ ਗਿਆ। ਕਿਵੇਂ ਉਹਨਾਂ ਦੇ ਕੱਚੇ ਜਿਹੇ ਖੋਲੇ ਦੇ ਵਿਹੜੇ ਦੇ ਵਿੱਚ ਉਹਨਾਂ ਦਾ ਕੋਹਲੂ ਹੁੰਦਾ ਸੀ, ਯਾਨੀ ਰੇਸ਼ਮ ਕੌਰ ਮੁਸਲਮਾਨਾਂ ਦੀ ਕੁੜੀ ਸੀ। ਉਸ ਦਾ ਅੱਬਾ ਚਿਰਾਗੂ ਬਲਦ ਦੀਆਂ ਅੱਖਾਂ ਬੰਨ੍ਹ ਕੇ ਬਲਦ ਜੋੜਦਾ, ਲੋਕਾਂ ਦੀ ਸਰੋਂ ਪੀੜਦਾ ਰਹਿੰਦਾ ਤੇ ਇਹ ਰੇਸ਼ਮ ਕੌਰ ਜਾਣ ਕੇ ਰੇਸ਼ਮਾ ਕਈ ਵਾਰ ਕੋਹਲੂ ਦੀ ਗਾਦੀ ਤੇ ਬੈਠ ਕੇ ਝੂਟੇ ਲੈਂਦੀ ਹੁੰਦੀ ਸੀ। ਰੇਸ਼ਮ ਕੌਰ ਫਿਰ ਬੋਲੀ, ਵੇ ਪੁੱਤ ਕਿਰਪਾਲ, ਤੇਰੀ ਸਹੁੰ ਵੇ, ਹੁਣੇ ਕੈਲੋ ਸੁਨੇਹਾ ਦੇ ਕੇ ਗਈ ਆ ਗੇਬੇ ਦੀ ਕੁੜੀ। ਸਰਜੀਤ ਕੌਰ ਦੇ ਮੁੰਡੇ ਗੇਬੇ ਨਾਲ ਉਹਦੀ ਚੰਗੀ ਸੱਥਰੀ ਪੈਂਦੀ ਹੈ। ਗੇਬੇ ਦੀ ਕੁੜੀ ਦਾ ਨਾਂ ਸੁਣ ਕੇ ਕਿਰਪਾਲ ਨੇ ਬੇਬੇ ਦੇ ਚਿਹਰੇ ਤੇ ਤਿਰਛੀ ਜਿਹੀ ਨਜ਼ਰ ਸੁੱਟੀ, ਜਿੱਥੇ ਪਹਿਲਾਂ ਨਾਲੋਂ ਥੋੜੀ ਜਿਹੀ ਰੌਣਕ ਭਰਤੀ ਹੋਈ ਸੀ। ਚੱਲ ਵੇ ਛੇਤੀ ਕਰ ਪੁੱਤ। ਮਾਂ ਦਾ ਹੁਕਮ ਸੁਣ ਕੇ ਕਿਰਪਾਲ ਨੇ ਟੋਕਰਾ ਮਸ਼ੀਨ ਦੇ ਮੂਹਰੇ ਪੈ ਕੁਤਰੇ ਤੇ ਵਗਾ ਮਾਰਿਆ ਤੇ ਹੱਥ ਛੰਡ ਕੇ ਉਸਨੇ ਆਪਣੇ ਕੱਪੜੇ ਝਾੜੇ ਤੇ ਫਿਰ ਬਦਲੇ ਹੋਏ ਰੌਂ ਵੇਖ ਕੇ ਰੇਸ਼ਮ ਕੌਰ ਦੀਆਂ ਵਾਛਾਂ ਖਿੜ ਪਈਆਂ। ਸ਼ੁਕਰ ਹੈ ਮਹਾਰਾਜ ਤੇਰੇ ਘਰ ਨੂੰ। ਮਨ ਦੇ ਵਿੱਚ ਦੁਹਰਾਉਂਦੀ ਹੋਈ ਰੇਸ਼ਮ ਕੌਰ ਅੱਗੇ ਤੁਰ ਪਈ ਤੇ ਉਸ ਦਾ ਪੁੱਤ ਕਿਰਪਾਲ ਪਿੱਛੇ ਆ ਰਿਹਾ ਸੀ, ਆਪਣੇ ਆਪ ਨੂੰ ਹਿੰਮਤ ਤੇ ਹੌਸਲਾ ਦਿੰਦਾ। ਮਾਸੀ ਦਾ ਅਸਲ ਬਾਪ ਹੈ ਇਹ ਨਾਨਾ ਕਿੱਥੋਂ ਆ ਗਿਆ? ਬੇਬੇ ਤਾਂ ਕਹਿੰਦੀ ਹੁੰਦੀ ਸੀ ਕਿ ਪਿੰਡ ਦਾ ਕੋਈ ਮੁਸਲਮਾਨ ਬਚਿਆ ਹੀ ਨਹੀਂ ਤੇ ਪਿੱਛੇ ਜਾ ਰਿਹਾ। ਇਹ ਕਿਰਪਾਲ ਸੋਚਦਾ ਜਾ ਰਿਹਾ ਸੀ ਕਿ ਇਹ ਵਾਕਈ ਮਾਸੀ ਸੁਰਜੀਤ ਕੌਰ ਦਾ ਅਸਲੀ ਪਿਓ ਹੈ। ਬੂਹੇ ਵੜਦਿਆਂ ਹੀ ਰੇਸ਼ਮ ਕੌਰ ਤੇ ਕਿਰਪਾਲ ਸਿੰਘ ਨੇ ਵੇਖਿਆ ਕਿ ਇੱਕ ਬਿਰਧ ਆਦਮੀ ਸਰਜੀਤ ਕੌਰ ਨੂੰ ਬਾਹਾਂ ਦੇ ਵਿੱਚ ਬਲੇਟੀ ਮੰਜੇ ਤੇ ਬੈਠਾ ਰੋ ਰਿਹਾ ਸੀ ਤੇ ਸਰਜੀਤ ਕੌਰ ਦੀਆਂ ਚੀਕਾਂ ਅਸਮਾਨ ਨੂੰ ਪਾੜ ਰਹੀਆਂ ਸੀ, ਜੋ ਰੇਸ਼ਮ ਕੌਰ ਦੇ ਆਉਣ ਤੇ ਹੋਰ ਵੀ ਉੱਚੀਆਂ ਹੋ ਗਈਆਂ। ਕੁਝ ਤੀਵੀਆਂ ਮਰਦ ਤੇ ਨਿੱਕੇ ਵੱਡੇ ਮੁੰਡਿਆਂ ਕੁੜੀਆਂ ਦਾ ਇੱਕ ਉਰਾਂ ਤੱਕ ਝੁੰਡ ਜਿਹਾ ਬਣਿਆ ਹੋਇਆ ਸੀ, ਜਿਸ ਦੇ ਵਿੱਚੋਂ ਲੰਘ ਕੇ ਰੇਸ਼ਮ ਕੌਰ ਵੀ ਉਸ ਬਜ਼ੁਰਗ ਦੀ ਬਾਂਹ ਦੇ ਵਿੱਚ ਡਿੱਗ ਕੇ ਕੀਰਨੇ ਪਾਉਣ ਲੱਗੀ। ਬਜ਼ੁਰਗ ਨੇ ਸਰਜੀਤ ਕੌਰ ਨੂੰ ਛੱਡ ਕੇ ਰੇਸ਼ਮ ਕੌਰ ਨੂੰ ਬਾਹਾਂ ਦੇ ਵਿੱਚ ਘੁੱਟ ਲਿਆ। ਉਹ ਮੇਰੀਓ ਬੱਚੀਓ ਨਕਰਮਣੋ, ਤੁਸੀਂ ਅਜੇ ਜਿਉਂਦੀਆਂ ਹੋ? ਓਏ ਰੱਬਾ, ਇਹ ਕਿਹੋ ਜਿਹੀ ਰਜਾ ਹੈ। ਬਜ਼ੁਰਗ ਦੀ ਕੁਤਰੀ ਹੋਈ ਦਾੜੀ ਕੰਬ ਰਹੀ ਸੀ, ਉਸ ਦੀਆਂ ਮੁੱਛਾਂ ਸਫਾ ਝੱਟ ਸਨ। ਉਹ ਜਾਰੋ ਜਾਰੀ ਰੋਈ ਜਾ ਰਿਹਾ ਸੀ। ਉਹ ਹੰਝੂ ਹੁਣ ਰੇਸ਼ਮ ਕੌਰ ਦੇ ਚਿੱਟੇ ਹੋ ਗਏ ਵਾਲਾਂ ਦੇ ਵਿੱਚ ਗੁਆਚ ਰਹੇ ਸਨ। ਅੱਬਾ ਤੁਸੀਂ ਕਿੱਥੇ ਚਲੇ ਗਏ ਸੀ? ਇੰਨੇ ਸਾਲ ਕਿੱਥੇ ਰਹੇ ਅੱਬਾ?
ਰੇਸ਼ਮ ਕੌਰ ਦੇ ਮੂੰਹੋਂ ਚਾਚਾ ਸ਼ਬਦ ਵੀ ਨਹੀਂ ਨਿਕਲ ਸਕਿਆ। ਆਪਣੇ ਜਾਣੋਂ ਤਾਂ ਉਹ ਚਾਚਾ ਹੀ ਕਹਿ ਰਹੀ ਸੀ। ਅੱਬਾ ਤੂੰ ਕਿੱਥੇ ਚਲਾ ਗਿਆ ਸਾਨੂੰ ਛੱਡ ਕੇ। ਰੇਸ਼ਮ ਕੌਰ ਮਨ ਹੀ ਮਨ ਉਸ ਬਜ਼ੁਰਗ ਦੇ ਵਿੱਚੋਂ ਆਪਣੇ ਅੱਬਾ ਨੂੰ ਮਹਿਸੂਸਣ ਲੱਗੀ। ਉਸ ਦੀਆਂ ਲੇਰਾਂ ਹੋਰ ਅਸਮਾਨ ਨੂੰ ਚੀਰਨ ਲੱਗੀਆਂ। ਹਰ ਵੇਖਣ ਵਾਲੇ ਤੇ ਸੁਣਨ ਵਾਲੇ ਦੀਆਂ ਅੱਖਾਂ ਦੇ ਵਿੱਚੋਂ ਵੀ ਹੰਝੂ ਟਪਕਣ ਲੱਗੇ। ਅੱਬਾ ਤੂੰ ਕਿੱਥੇ ਚਲਿਆ ਗਿਆ ਸੀ ਸਾਨੂੰ ਛੱਡ ਕੇ। ਤਿਹਾਂ ਦੇ ਜਿਗਰਾਂ ਦੇ ਜ਼ਖਮ ਮੁੜ ਹਰੇ ਹੋ ਗਏ, ਜਿਵੇਂ ਤਿੰਨਾਂ ਦੇ ਹੀ ਹਿਰਦਿਆਂ ਦੇ ਵਿੱਚੋਂ ਕੋਈ ਤਿੱਖੀਆਂ ਚੀਸਾਂ ਉੱਠ ਰਹੀਆਂ ਸਨ। ਜਾਪਦਾ ਸੀ ਕਿ ਹੁਣੇ ਹੀ ਅੰਬਰ ਫਟ ਜਾਏਗਾ। ਖੜਿਆਂ ਦੇ ਵਿੱਚੋਂ ਵੀ ਕਈਆਂ ਮਰਦਾਂ ਦੀਆਂ ਧੌਣਾਂ ਵੀ ਲੁੜਕੀਆਂ ਹੋਈਆਂ ਸਨ। ਮਾਹੌਲ ਬਦਲਿਆ। ਆਖਰ ਉਹ ਤਿੰਨੇ ਜਾਣੇ ਹਟਕੋਰੇ ਲੈਂਦੇ ਹੋਏ ਗੱਲੀਂ ਲੱਗ ਪਏ। ਉੱਥੇ ਕੌਣ ਕੌਣ ਆ ਚਾਚਾ? ਰੇਸ਼ਮ ਕੌਰ ਨੇ ਪਤਾ ਨਹੀਂ ਕਿਵੇਂ ਹੌਸਲਾ ਕਰਕੇ ਉਸ ਸਰਜੀਤ ਕੌਰ ਦੇ ਪਿਓ ਤੋਂ ਪੁੱਛਿਆ, ਪਰ ਸਰਜੀਤ ਕੌਰ ਤਾਂ ਆਪਣੇ ਪਿਓ ਤੋਂ ਇੰਨੀ ਗੱਲ ਵੀ ਨਹੀਂ ਪੁੱਛ ਸਕੀ ਕਿ ਪਿੱਛੇ ਕੌਣ ਕੌਣ ਆ ਉੱਥੇ। ਤੇ ਉਹ ਬਜ਼ੁਰਗ ਬੋਲਿਆ, ਬਸ ਮੈਂ ਹੀ ਆ ਬੱਚਿਓ, ਬਾਕੀ ਤਾਂ ਸਾਰੇ ਇੱਧਰ ਹੀ। ਇਹ ਕਹਿ ਕੇ ਫਿਰ ਉਹ ਬਜ਼ੁਰਗ ਫਿੱਸ ਪਿਆ। ਇਸ ਬਜ਼ੁਰਗ ਦਾ ਨਾਂ ਉਮਰਦੀਨ ਸੀ ਤੇ ਉਸ ਦੀਆਂ ਅੱਖਾਂ ਭਰ ਆਈਆਂ। ਰੇਸ਼ਮ ਕੌਰ ਤੇ ਸਰਜੀਤ ਕੌਰ ਦੀਆਂ ਫਿਰ ਲੇਰਾਂ ਨਿਕਲ ਗਈਆਂ ਤੇ ਤਿੰਨੋਂ ਜਾਣੇ ਆਖਰ ਰੋਂਦੇ ਰੋਂਦੇ ਚੁੱਪ ਕਰੇ ਹਟਕੋਰੇ ਲੈਣ ਲੱਗੇ। ਤੇ ਰੇਸ਼ਮ ਕੌਰ ਨੇ ਚਾਚੇ ਉਮਰਦੀਨ ਦੇ ਚਿਹਰੇ ਤੇ ਇੱਕ ਭਰਵੀਂ ਨਜ਼ਰ ਸੁੱਟੀ। ਉਸ ਨੂੰ ਜਾਪਿਆ ਕਿ ਉਹ ਉਸ ਦਾ ਚਾਚਾ ਉਮਰਾ ਨਹੀਂ ਸੀ। ਉਹ ਤਾਂ ਪੂਰਾ ਹੱਟਾ ਖੱਟਾ ਨਵਾਂ ਨਰੋਇਆ ਨੌਜਵਾਨ ਹੁੰਦਾ ਸੀ। ਲੰਮਾ ਲੰਜਾ, ਕਾਲੀ ਭਰਵੀਂ ਦਾੜੀ ਵਾਲਾ, ਸਿਰ ਤੇ ਪੱਗ ਬੰਨ੍ਹਿਆ ਕਰਦਾ ਸੀ। ਉਸਨੇ ਤਾਂ ਕਦੇ ਦਾੜੀ ਨੂੰ ਕੈਂਚੀ ਵੀ ਨਹੀਂ ਸੀ ਲਾਈ, ਭਾਵੇਂ ਕਿ ਉਸ ਵਿੱਚ ਪਹਿਲਾਂ ਹੀ ਵੇਖੀ ਹੋਈ ਕੋਈ ਨਿਸ਼ਾਨੀ ਨਹੀਂ ਸੀ ਦਿਸ ਰਹੀ। ਪਰ ਤਾਂ ਵੀ ਜ਼ੋਰ ਪਾਉਣ ਤੇ ਰੇਸ਼ਮ ਕੌਰ ਨੂੰ ਕੁਤਰੀ ਹੋਈ ਦਾੜੀ ਤੇ ਸਫਾ ਚੱਟ ਉਸ ਦੀਆਂ ਮੁੱਛਾਂ ਦੇ ਵਿੱਚੋਂ ਆਪਣੇ ਚਾਚੇ ਉਮਰੇ ਦੇ ਗੁਆਚੇ ਹੋਏ ਨਕਸ਼ ਲੱਭ ਪਏ। ਉਸ ਦਾ ਨਿੱਕਾ ਨਾਂ ਉਮਰਾ ਸੀ, ਪਰ ਹੁਣ ਉਹ ਉਮਰਾ ਨਹੀਂ ਸਗੋਂ ਉਮਰਦੀਨ ਸੀ, ਜਿਸ ਦੇ ਸਿਰ ਤੇ ਚਿੱਟੀ ਰੇਸ਼ਮੀ ਟੋਪੀ ਪਾਈ ਹੋਈ ਸੀ। ਇਹ ਕੁੱਬਾ ਘਡੋਬਾ ਜਿਹਾ ਬੁੱਢਾ ਕੀ ਸੱਚਮੁੱਚ ਚਾਚਾ ਉਮਰਾ ਸੀ? ਰੇਸ਼ਮ ਕੌਰ ਸੋਚਣ ਲੱਗੀ। ਨਹੀਂ, ਇਹ ਤਾਂ ਉਹੀ ਰੇਸ਼ਮ ਕੌਰ ਦੇ ਅੰਦਰ ਇਸੇ ਤਰ੍ਹਾਂ ਦੀ ਉਧੇੜਬੁਣ ਹੁੰਦੀ ਰਹੀ, ਕਦੇ ਹਾਂ ਕਦੇ ਨਾ। ਉਹ ਵੀ ਰੇਸ਼ਮਾ ਤੋਂ ਰੇਸ਼ਮ ਕੌਰ ਬਣਾ ਦਿੱਤੀ ਗਈ ਸੀ। ਉਮਰਾ ਵੀ ਹਾਲਤ ਦਾ ਧੱਕਿਆ ਹੋਇਆ ਉਮਰੇ ਤੋਂ ਉਮਰਦੀਨ ਬਣ ਗਿਆ ਸੀ। ਤੇ ਇੱਕ ਵਾਰ ਰੇਸ਼ਮ ਕੌਰ ਨੂੰ ਜਾਪਿਆ ਜਿਵੇਂ ਉਹ ਰੇਸ਼ਮ ਕੌਰ ਤੋਂ ਮੁੜ ਕੇ ਰੇਸ਼ਮਾ ਬਣ ਗਈ ਹੋਵੇ ਆਪਣੇ ਚਾਚੇ ਦੀਆਂ ਬਾਹਾਂ ਦੇ ਵਿੱਚ। ਸਰਜੀਤ ਕੌਰ ਦਾ ਪਤੀ ਬੰਤਾ ਸਿੰਘ, ਜੋ ਅੱਜ-ਕੱਲ੍ਹ ਪਿੰਡ ਦੇ ਗੁਰਦੁਆਰੇ ਦਾ ਪ੍ਰਧਾਨ ਸੀ, ਰਤਾ ਕੁ ਹਟਵਾਂ ਮੰਜੇ ਉੱਤੇ ਊਂਧੀ ਪਾਈ ਬੈਠਾ ਸੀ। ਉਸ ਦੇ ਮਨ ਦੇ ਵਿੱਚ ਬੁੱਢੇ ਅਮਰਦੀਨ ਦੇ ਆਉਣ ਦਾ ਕੋਈ ਚਾਅ ਪੈਦਾ ਨਹੀਂ ਸੀ ਹੋਇਆ। ਉਸ ਦੇ ਅੰਦਰ ਜੋ ਵੀ ਭਾਵ ਉਪਜ ਰਹੇ ਸਨ, ਉਹ ਬੰਤਾ ਸਿੰਘ ਉਹਨਾਂ ਨੂੰ ਛੁਪਾਉਣ ਦਾ ਯਤਨ ਕਰਦਾ। ਅਸਲ ਦੇ ਵਿੱਚ ਉਹ ਦੁਖੀ ਸੀ ਇਸ ਗੱਲੋਂ ਕਿ ਸਮੇਂ ਨੇ ਬੀਤੇ ਤੇ ਮਿੱਟੀ ਪਾ ਦਿੱਤੀ ਸੀ, ਪਰ ਉਸ ਦੇ ਘਰ ਇਹ ਤੇਜ਼ ਰੋਲਾ ਉਸ ਮਿੱਟੀ ਨੂੰ ਉਡਾ ਕੇ ਬੀਤੇ ਨੂੰ ਨੰਗਾ ਕਰ ਰਿਹਾ ਸੀ ਤੇ ਬੰਤਾ ਸਿੰਘ ਦਾ ਸਾਰਾ ਜਵਾਨੀ ਦਾ ਉਹ ਪੰਧ ਨੰਗਾ ਹੋ ਰਿਹਾ ਸੀ ਇਹਨਾਂ ਬਜ਼ੁਰਗਾਂ ਤੇ ਉਸ ਦੀਆਂ ਧੀਆਂ ਦੇ ਸਾਹਮਣੇ। ਉਸ ਨੇ ਆਪਣੇ ਸਿਰ ਖਾਲੀ ਖੋਪੜੀ ਜਿਹਾ ਉਸ ਨੂੰ ਲੱਗਿਆ। ਹੁਣ ਲੱਗਦਾ ਸੀ ਕਿ ਇਹ ਖੋਪੜੀ ਹੁਣ ਉਸ ਦੀ ਧੌਣ ਤੋਂ ਵੱਖ ਹੋ ਕੇ ਡਿੱਗ ਪਏਗੀ ਤੇ ਮਤੀਰੇ ਵਾਂਗ ਫਿੱਸ ਜਾਏਗੀ। ਬੰਤਿਆ, ਕਦੋਂ ਆਇਆ ਚਾਚਾ? ਰੇਸ਼ਮ ਕੌਰ ਨੇ ਬੰਤੇ ਨੂੰ ਕੁਝ ਰੂਹ ਫੂਕਣ ਦੇ ਲਈ ਉਸ ਨੂੰ ਝਿਜੋੜਿਆ, ਜਿਵੇਂ ਉਹ ਕਹਿ ਰਹੀ ਹੋਵੇ, ਦੋਜਕੀਓ ਉਦੋਂ ਤਾਂ ਨਾਬਰ ਬਣੇ ਹੋਏ ਸੀ, ਹੁਣ ਸਹੁਰੇ ਨਾਲ ਜਾਣੀ ਕਿ ਉਮਰਦੀਨ ਨਾਲ ਅੱਖ ਵੀ ਨਹੀਂ ਮਿਲਾਉਂਦੇ। ਤੇ ਬੰਤਾ ਰੇਸ਼ਮਾ ਵੱਲ ਝਾਕਿਆ ਸੀ ਇੱਕ ਵਾਰ, ਪਰ ਰੇਸ਼ਮਾ ਦੀ ਆਵਾਜ਼ ਤਾਂ ਉਸਨੇ ਸੁਣ ਲਈ ਸੀ, ਪਰ ਉਸਨੂੰ ਸ਼ਬਦਾਂ ਦੀ ਸਮਝ ਨਾ ਆਈ ਕਿ ਰੇਸ਼ਮਾ ਉਸ ਤੋਂ ਕੀ ਪੁੱਛ ਰਹੀ ਹੈ। ਤੇ ਬੰਤਾ ਬਿਨਾਂ ਕੁਝ ਜਵਾਬ ਦਿੰਦਿਆਂ ਉੱਠ ਕੇ ਬੇਮਤਲਬਾ ਜੀ ਪਸ਼ੂਆਂ ਦੀਆਂ ਖੁਰਲੀਆਂ ਵੱਲ ਨੂੰ ਚਲਾ ਗਿਆ ਤੇ ਐਵੇਂ ਕੱਖਾਂ ਦੇ ਵਿੱਚ ਹੱਥ ਮਾਰਦਾ ਟਲਦਾ ਜਿਹਾ ਨਜ਼ਰ ਆਇਆ। ਬੰਤੇ ਦੇ ਅੰਦਰ ਵੀ ਉਥਲ-ਪੁਥਲ ਹੋ ਰਹੀ ਸੀ, ਖਾਸ ਕਰਕੇ ਉਸ ਦੇ ਸਹੁਰੇ ਉਮਰੇ ਜਾਣੀ ਕਿ ਉਮਰਦੀਨ ਦੀ ਇੰਨੇ ਸਾਲਾਂ ਬਾਅਦ ਘਰ ਦੇ ਵਿੱਚ ਆਮਦ। ਉਹ ਕਿਹੋ ਜਿਹੀ ਚੰਦਰੀ ਹਵਾ ਵਗੀ ਸੀ। ਘੁੱਗ ਵਸਦੇ ਪੰਜਾਬ ਦੇ ਪਾਣੀਆਂ ਨੂੰ ਰੱਬ ਦੇ ਨਾਂ ਤੇ ਇੱਥੋਂ ਦੇ ਬੰਦਿਆਂ ਨੇ ਅੱਗਾਂ ਲਾ ਦਿੱਤੀਆਂ। 2 ਦਿਨ ਪਹਿਲਾਂ ਹਵਾ ਦੇ ਵਿੱਚ ਇਹ ਗੱਲ ਫੈਲਾਈ ਗਈ ਕਿ ਉਧਰੋਂ ਪਾਕਿਸਤਾਨੋਂ ਇੱਕ ਗੱਡੀ ਆਈ ਹੈ, ਹਿੰਦੂ ਤੇ ਸਿੱਖ ਬੀਬੀਆਂ ਦੀ ਭਰੀ ਹੋਈ। ਉਹ ਬੀਬੀਆਂ ਅਲਫ ਨੰਗੀਆਂ ਸਨ ਤੇ ਉਹਨਾਂ ਦੀਆਂ ਛਾਤੀਆਂ ਤੇ ਜੀਭਾਂ ਵੱਡੀਆਂ ਹੋਈਆਂ ਸਨ। ਉਹਨਾਂ ਦੇ ਪੱਟਾਂ ਤੇ ਗੁਪਤ ਅੰਗਾਂ ਤੇ ਦਾਗ ਦਿੱਤੇ ਹੋਏ ਸਨ ਤੇ ਅੱਲਾਹੂ ਅਕਬਰ ਤੇ ਪਾਕਿਸਤਾਨ ਜ਼ਿੰਦਾਬਾਦ ਲਿਖਿਆ ਹੋਇਆ ਸੀ। ਹਾਲਾਂਕਿ ਇਹ ਕੋਰੀਆਂ ਅਫਵਾਹਾਂ ਜਿਹੀਆਂ ਸਨ,
पर ਇਹ ਅਫਵਾਹ ਸੀਨਾ ਬਸੀਨਾ ਇਧਰਲੇ ਪੰਜਾਬ ਦੇ ਵਿੱਚ, ਭਾਰਤ ਵਾਲੇ ਪੰਜਾਬ ਦੇ ਵਿੱਚ ਅੱਗ ਦੇ ਭਾਂਬੜ ਵਾਂਗੂ ਫੈਲ ਰਹੀ ਸੀ। ਪਿਛਲੇ ਕੁ ਪਹਿਰ ਦੇ ਨਾਲ ਸਾਰੇ ਪਿੰਡ ਦੇ ਵਿੱਚ ਇਹ ਰੌਲਾ ਮੱਚਿਆ ਕਿ ਮੁਸਲਮਾਨ ਆ ਗਏ, ਮੁਸਲਮਾਨਾਂ ਨੇ ਪਿੰਡ ਤੇ ਹਮਲਾ ਕਰ ਦਿੱਤਾ ਤੇ ਬੱਚਿਆਂ ਤੇ ਬੁੜੀਆਂ ਨੂੰ ਖਾਸ ਸੁਰੱਖਿਆ ਥਾਵਾਂ ਤੇ ਬੰਦ ਕਰਕੇ ਪਿੰਡ ਦੇ ਹਿੰਦੂ ਤੇ ਸਿੱਖ ਲੋਕ ਹੱਥਾਂ ਦੇ ਵਿੱਚ ਗੰਡਾਸੇ, ਬਰਸ਼ੇ, ਕੰਧਾਲੇ, ਸਫਾ ਜੰਗ, ਤਲਵਾਰਾਂ ਚੁੱਕੀ ਗਲੀਆਂ ਦੇ ਵਿੱਚ ਨਿਕਲ ਆਏ। ਉਹਨਾਂ ਨੇ ਪਿੰਡ ਦੀ ਰਾਤ ਭਰ ਰਾਖੀ ਕੀਤੀ, ਪਰ ਕਿਸੇ ਪਾਸਿਓਂ ਕੋਈ ਮੁਸਲਮਾਨ ਹਮਲਾਵਰ ਨਹੀਂ ਸੀ ਆਇਆ। ਰਾਤ ਭਰ ਦੇ ਪਹਿਰੇਦਾਰਾਂ ਦੇ ਜਕਾਰਿਆਂ ਨਾਲ ਉਹ ਹਵਾ ਨੂੰ ਦੂਸ਼ਿਤ ਕਰਦੇ ਰਹੇ। ਦੋਸਤੋ, ਇੱਥੇ ਮੈਂ ਥੋੜਾ ਜ਼ਿਕਰ ਕਰਦਿਆਂ ਕਿ ਇਹ ਅਫਵਾਹਾਂ ਸੀ ਕਿ ਲੰਘਦੇ ਹੋਏ ਮੁਸਲਮਾਨ ਕਾਫਲੇ ਪੰਜਾਬ ਦੇ, ਭਾਰਤ ਵਾਲੇ ਪੰਜਾਬ ਦੇ ਪਿੰਡਾਂ ਦੇ ਵਿੱਚ ਲੁੱਟਮਾਰ ਕਰਦੇ ਨੇ, ਜਾਂ ਇਹ ਅਫਵਾਹਾਂ ਸੀ ਕਿ ਪਿੱਛੋਂ ਅੰਬਾਲਿਓਂ, ਹਰਿਆਣਿਓਂ ਵੱਡਾ ਕਾਫਲਾ ਆਏਗਾ, ਉਹ ਰਾਹ ਦੇ ਵਿੱਚ ਪੈਂਦੇ ਸਿੱਖਾਂ ਹਿੰਦੂਆਂ ਦੇ ਪਿੰਡਾਂ ਨੂੰ ਲੁੱਟਦਾ ਜਾਏਗਾ। ਜਾਣੀ ਇਹ ਅਫਵਾਹਾਂ ਪਹਿਲਾਂ ਹੀ ਉਹਨਾਂ ਭਾਰਤ ਛੱਡ ਕੇ ਪਾਕਿਸਤਾਨ ਜਾਣ ਵਾਲਿਆਂ ਤੇ ਹਮਲਾ ਕਰਨ ਦੀਆਂ ਵਿਉਂਤਾਂ ਬਣਾਉਣ ਲੱਗੀਆਂ। ਹਾਲਾਂਕਿ ਏਕੜ ਦੁੱਕੜੇ ਘਟਨਾਵਾਂ ਵਾਪਰਦੀਆਂ ਵੀ ਹੋਣਗੀਆਂ ਕਿ ਜਾਂਦੇ ਜਾਂਦੇ ਕਾਫਲੇ ਵਾਲੇ ਦੂਜੇ ਮਜ਼ਹਬ ਦੇ ਲੋਕਾਂ ਦਾ ਨੁਕਸਾਨ ਜ਼ਰੂਰ ਕਰਦੇ ਹੋਣੇ, ਪਰ ਇਹ ਇੱਕ ਵੈਰ ਦੀ ਭਾਵਨਾ ਨਾਲ ਅਫਵਾਹਾਂ ਫੈਲਦੀਆਂ ਇਸ ਕਤਲੋਗਾਰਤ ਦਾ ਵੱਡਾ ਕਾਰਨ ਬਣਦੀਆਂ ਰਹੀਆਂ। ਖੈਰ, ਲਿਖਦੇ ਨੇ ਲਿਖਤਮ ਅਤਰਜੀਤ ਸਿੰਘ ਅੱਬਾ ਜਾਨ ਆਗੇ ਕਹਾਣੀ ਦੇ ਵਿੱਚ ਕਿ ਅਗਲੇ ਦਿਨ ਸਿੱਖ ਪਰਿਵਾਰਾਂ ਤੇ ਮੁਸਲਮਾਨ ਪਰਿਵਾਰਾਂ ਨੇ ਸੁਰੱਖਿਆ ਦੀ ਫਰਿਆਦ ਕੀਤੀ। ਸਰਦਾਰ ਸਾਹਿਬ, ਗੁਰੂਆਂ ਨੇ ਹਮੇਸ਼ਾ ਮਜ਼ਲੂਮਾਂ ਦੀ ਰਾਖੀ ਕੀਤੀ ਹੈ, ਆਪਾਂ ਤਾਂ ਫਿਰ ਸਦੀਆਂ ਤੋਂ ਭਰਾਵਾਂ ਵਾਂਗ ਵਸਦੇ ਆਏ ਹਾਂ, ਬਚਾ ਲਓ। ਜਾਣੀ ਪਿੰਡ ਦੇ ਮੁਸਲਮਾਨ ਸਿੱਖ ਸਰਦਾਰਾਂ ਤੇ ਹਿੰਦੂ ਮਹਾਸ਼ਿਆਂ ਦੇ ਅੱਗੇ ਆਪਣੀ ਜਾਨ ਬਖਸ਼ੀ ਦੀਆਂ ਬੇਨਤੀਆਂ ਕਰਨ ਲੱਗੇ। ਪਰ ਪਿੰਡ ਦੇ ਵਿੱਚ ਇਹ ਬੋਲ ਤਾਂ ਤਿੱਖੜ ਦੁਪਹਿਰੇ ਦੀ ਧੁੱਪ ਵਿੱਚ ਬਰਫ਼ ਦੀ ਡਲੀ ਵਾਂਗ ਹੀ ਕਿਧਰੇ ਖੁਰ ਗਏ ਤੇ ਕਿਸੇ ਨੇ ਉਹਨਾਂ ਬੇਨਤੀਆਂ ਜੋਦੜੀਆਂ ਕਰਦੇ ਮੁਸਲਮਾਨਾਂ ਦੀ ਕੋਈ ਬੇਨਤੀ ਨਹੀਂ ਸੁਣੀ। ਸਿੰਘ ਬਦਲਾ ਲੈਣ ਤੇ ਉਤਾਰੂ ਸਨ। ਉਸ ਦਿਨ ਨੀਲੇ ਚੋਲਿਆਂ ਤੇ ਪੀਲੀਆਂ ਪੱਗਾਂ ਦੀ ਗਿਣਤੀ ਕਈ ਗੁਣਾ ਵੱਧ ਗਈ ਸੀ। ਹਰ ਕੋਈ ਪੇਟੀਆਂ ਅਲਮਾਰੀਆਂ ਚੋਂ ਪੀਲੇ ਨੀਲੇ ਪਟਕੇ ਬੰਨਣ ਲੱਗਾ। ਹਰ ਹਰ ਮਹਾਦੇਵ ਦੇ ਨਾਅਰੇ ਗੂੰਜਣ ਲੱਪੇ। ਉਮਰਾ ਆਪਣੇ ਭਰਾ ਜਮਾਲੇ ਨੂੰ ਵੇਲੇ ਕੁ ਵੇਲੇ ਜਿਹੇ ਪਿੰਡ ਦੇ ਮੋਹਤਵਰ ਤੇ ਸਿਰਕੱਢ ਅਕਾਲੀ ਚੰਨਣ ਸਿੰਘ ਦੇ ਘਰ ਛੱਡ ਆਇਆ ਸੀ। ਸਰਦਾਰਾ ਕੋਈ ਦਿੱਤੀਆਂ ਲਈਆਂ ਮੋਹਰੇ ਆਉਂਦੀਆਂ ਲੱਗਦੀਆਂ ਨੇ। ਉਹ ਦੋਵੇਂ ਹੱਥ ਬੰਨ ਕੇ ਕਿਵੇਂ ਗੜਗੜਾ ਰਿਹਾ ਸੀ। ਪੱਥਰ ਤੋਂ ਪੱਥਰ ਕਿਹੜਾ ਨਾ ਪਿੰਗਲ ਜਾਂਦਾ। ਆਪਣੀ ਜਾਨ ਦੀ ਪਰਵਾਹ ਨਹੀਂ ਗੁਰੂ ਦੇ ਸਿੰਘਾ, ਡਰਦੇ ਮਾਰੇ ਮੁਟਿਆਰਾਂ ਧੀਆਂ ਦਾ ਫਿਕਰ ਹੈ। ਹੋਰ ਨਾ ਕਿਤੇ ਇਹਨਾਂ ਦੀਆਂ ਇੱਜ਼ਤਾਂ ਖੇ ਖਰਾਬ ਹੋ ਜਾਣ। ਜਮਾਲਾ ਪਿੰਡ ਦੇ ਸਰਦਾਰ ਚੰਨਣ ਸਿੰਘ ਅੱਗੇ ਗਿੜਗੜਾ ਰਿਹਾ ਸੀ। ਉਸ ਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਸੀ, ਪਰ ਆਪਣੇ ਘਰ ਦੀਆਂ ਔਰਤਾਂ ਤੇ ਖਾਸ ਕਰਕੇ ਕੁਆਰੀਆਂ ਧਿਆਣੀਆਂ ਦਾ ਫਿਕਰ ਉਸ ਨੂੰ ਜਿਵੇਂ ਵੱਢ ਖਾ ਰਿਹਾ ਸੀ। ਉਦੋਂ ਵੀ ਉਹਦੀਆਂ ਅੱਖਾਂ ਨੇ ਘਰਾਲੀ ਖੂਨ ਦੇ ਅਥਰੂ ਰੋਏ ਸਨ। ਕਿਵੇਂ ਜਮਾਲਾ ਤੇ ਇਹ ਉਮਰਾ ਦੋਵੇਂ ਭਰਾ ਹੱਥ ਜੋੜੀ ਇਉਂ ਖੜੇ ਸਨ ਜਿਵੇਂ ਪੱਥਰ ਦੇ ਬੁੱਤ ਖੜੇ ਹੋਣ। ਚੰਨਣ ਸਿੰਘ ਬੋਲਿਆ, ਭਾਈ ਜੇ ਕਿਸੇ ਪਾਸੇ ਨਿਕਲਿਆ ਜਾਂਦਾ ਬਚ ਕੇ ਨਿਕਲ ਜਾਓ, ਸਾਡੇ ਕੋਲ ਵੀ ਕਿਹਨੇ ਛੱਡਣਾ ਤੁਹਾਨੂੰ। ਵੇਖੋ, ਸੰਧੂ ਪਿੰਡ ਦੇ ਵਿੱਚ ਸਿੱਖਾਂ ਦੇ ਘਰਾਂ ਦੇ ਵਿੱਚੋਂ ਕੱਢ ਕੇ ਮੁਸਲਮਾਨ ਦਰਵੇਸ਼ ਵੱਢ ਦਿੱਤੇ। ਚੰਨਣ ਸਿੰਘ ਅਕਾਲੀ ਤਾਂ ਚਾਹੁੰਦਾ ਸੀ ਕਿ ਸਾਰੇ ਮੁਸਲਮਾਨਾਂ ਨੂੰ ਆਪਣੇ ਅੰਦਰ ਲੁਕੋ ਲਵੇ, ਪਰ ਉਸ ਦੇ ਅੰਦਰੋਂ ਲੋੜੀਂਦੀ ਦ੍ਰਿੜਤਾ ਨਾ ਜਾਗ ਸਕੀ। ਉਹ ਸਹੀ ਫੈਸਲਾ ਲੈਣ ਤੋਂ ਉਸ ਸਮੇਂ ਖੁੰਝ ਗਿਆ। ਕੁਝ ਕੁ ਪਰਿਵਾਰ ਚਾਰ ਛਿੱਲੜ ਟੂਮ ਟਾਕੀ ਸੰਭਾਲ ਕੇ ਪਿੰਡ ਛੱਡ ਵੀ ਗਏ ਸਨ ਤੇ ਕੁਝ ਨੇ ਆਪਣੀ ਅਮਾਨਤ ਪੈਸਾ ਟਕਾ ਗੁਆਂਢੀ ਸਿੱਖਾਂ ਨੂੰ ਸੌਂਪ ਕੇ ਚਾਲੇ ਪਾ ਦਿੱਤੇ ਸਨ। ਪਰ ਨਵੇਂ ਖਾਲਸਾਈ ਬਾਣੇ ਦੇ ਵਿੱਚ ਹਰਲ ਕਰਦੀਆਂ ਭੀੜਾਂ ਉਹਨਾਂ ਤੇ ਟੁੱਟ ਪਈਆਂ ਸਨ ਤੇ 35 ਦੇ ਕਰੀਬ ਮਰਦ ਤੇ ਔਰਤਾਂ ਤੇ ਬੱਚੇ ਖੇਤਾਂ ਦੇ ਵਿੱਚ ਵੱਟਾਂ ਤੇ ਵੱਢ ਟੁੱਕ ਕਰਕੇ ਟੁਕੜੇ ਕਰਕੇ ਸੁੱਟ ਦਿੱਤੇ ਗਏ ਤੇ ਉੱਥੇ ਹੀ ਛੋਟੇ ਟੋਏ ਪੁੱਟ ਕੇ ਮਿੱਟੀ ਪਾ ਦਿੱਤੀ ਗਈ ਸੀ ਤੇ ਅਗਲੇ ਦਿਨ ਉਹਨਾਂ ਦੇ ਜਿਸਮਾਂ ਦੇ ਟੋਟਿਆਂ ਨੂੰ ਗਿੱਦੜ ਕੁੱਤੇ ਘਸੀਟੀ ਫਿਰਦੇ ਸਨ। ਤੇ ਅਗਲੇ ਹੀ ਦਿਨ ਲਾਗਲੇ ਪਿੰਡ ਦੇ ਮੌਕੇ ਤੇ ਸਜੇ ਖਾਲਸਿਆਂ ਨੇ ਪਿੰਡ ਤੇ ਧਾਵਾ ਬੋਲ ਦਿੱਤਾ। ਜਕਾਰਿਆਂ ਅਤੇ ਚੀਕਾਂ ਦੇ ਨਾਲ ਮਾਰੋ ਬਚਾਓ ਦੀਆਂ ਭਿਆਨਕ ਆਵਾਜ਼ਾਂ ਦਾ ਤੂਫਾਨ ਆ ਗਿਆ ਸੀ ਉਹਨਾਂ ਦੇ ਪਿੰਡ ਦੇ ਵਿੱਚ। ਬਜ਼ੁਰਗ ਗਲਾਂ ਦੇ ਵਿੱਚ ਪੱਲਾ ਪਾ ਕੇ ਮੂੰਹ ਦੇ ਵਿੱਚ ਘਾਹ ਦੀਆਂ ਤਿੜਾਂ ਪਾ ਕੇ ਬਾਹਰ ਨਿਕਲ ਆਏ। ਮੁਸਲਮਾਨ ਬਜ਼ੁਰਗ ਸਿੱਖਾਂ ਨੂੰ ਕਹਿਣ ਲੱਗੇ, ਗੁਰੂ ਦੇ ਸਿੰਘੋ ਨਾ ਮਾਰੋ, 10ਵੇਂ ਪਾਤਸ਼ਾਹ ਦੇ ਨਾਂ ਤੇ ਨਾ ਮਾਰੋ। ਪਰ ਕਿਸੇ ਨੂੰ ਨਹੀਂ ਬਖਸ਼ਿਆ ਗਿਆ, ਭਾਵੇਂ ਕਿ ਉਹਨਾਂ ਚੋਂ ਕਈਆਂ ਨੇ ਮਰੇਕੋਟਲੇ ਵਾਲੇ ਦਾ, ਨਵਾਬ ਸ਼ੇਰ ਖਾਨ ਦਾ ਜ਼ਿਕਰ ਵੀ ਕੀਤਾ ਤੇ ਕਈਆਂ ਨੇ
ਹੋਰ ਉਹਨਾਂ ਮੁਸਲਿਮ ਫਕੀਰਾਂ ਦਾ ਜ਼ਿਕਰ ਵੀ ਕੀਤਾ ਜਿਹੜੇ ਗੁਰੂ ਘਰਾਂ ਦੇ ਨਾਲ ਨਿਭੇ, ਖਾਸ ਕਰਕੇ ਮਰਦਾਨੇ ਖਿਆਨੇ, ਪਰ ਉਹਨਾਂ ਮਰਦਾਨੇ ਖਿਆਂ ਦੀ ਵੀ ਨਹੀਂ ਸੁਣੀ ਗਈ। ਤੇ ਇਸੇ ਦੌਰਾਨ ਕਿਸੇ ਨੂੰ ਨਾ ਬਖਸ਼ਿਆ ਗਿਆ। ਸਾਰਾ ਦਿਨ ਵੱਡਾ ਟੁੱਕੀ ਉਹਨਾਂ ਦੇ ਪਿੰਡ 'ਚ ਹੁੰਦੀ ਰਹੀ। ਕੁਝ ਕੁ ਅਣਖੀ ਤੇ ਦਲੇਰ ਮੁਸਲਮਾਨਾਂ ਨੇ ਜਮਾਲੇ ਦੇ ਘਰੇ ਇਕੱਠ ਕਰ ਲਿਆ, ਜਾਂ ਗਾਜੀ ਬਣਾਂਗੇ ਜਾਂ ਸ਼ਹੀਦ ਹੋਵਾਂਗੇ। ਕੱਟੜਪਨਾ ਉਹਨਾਂ ਤੇ ਵੀ ਹਾਵੀ ਹੋ ਗਿਆ ਤੇ ਫੇਰ ਤਾਂ ਕੁਲਸ਼ੇਤਰ ਦਾ ਮੈਦਾਨ ਫਤਿਹ ਕਰ ਲਿਆ ਗਿਆ ਸੀ। ਨੀਲੇ ਤੇ ਕੇਸਰੀ ਬਾਣਿਆਂ ਦੇ ਵਿੱਚ ਸਜੇ ਫੱਬੇ ਲੋਕ ਕੁਆਰੀਆਂ ਕੁੜੀਆਂ ਨੂੰ ਇੱਕ ਪਾਸੇ ਖੜੀ ਕਰੀ ਜਾ ਰਹੇ ਸਨ। ਕੁੜੀਆਂ ਹੱਥਾਂ ਦੇ ਵਿੱਚੋਂ ਨਿਕਲ ਆਪਣੇ ਸਕੇ ਸਬੰਧੀਆਂ ਦੀਆਂ ਲਾਸ਼ਾਂ ਤੇ ਲਿਟ ਰਹੀਆਂ ਸਨ। ਚਾਚਾ ਜਾਨ, ਅੱਬਾ ਜਾਨ, ਤਾਇਆ ਜਾਨ, ਉਹ ਬੋਲੀ ਜਾ ਰਹੀਆਂ ਸਨ, ਸਾਨੂੰ ਕਿਉਂ ਮਾਰਦੇ ਹੋ, ਸਾਡੇ ਤੇ ਵੀ ਤਲਵਾਰਾਂ ਚਲਾ ਦਿਓ, ਲਾ ਦਿਓ ਸਾਡੇ ਗਾਟੇ, ਰੁਲਣ ਜੱਗੀਆਂ ਕਾਹਨੂੰ ਛੱਡਦੇ ਹੋ। ਉਹ ਹਮਲਾ ਕਰਨ ਵਾਲੇ ਸਿੱਖਾਂ ਜਾਂ ਹਿੰਦੂਆਂ ਨੂੰ ਚਾਚਾ ਤਾਇਆ ਕਹਿ ਕੇ ਤਰਲੇ ਕਰਦੇ ਹੋਏ ਆਪਣੇ ਤਾਏ ਜਾਨ ਜਾਂ ਅੱਬਾ ਜਾਨ ਦੀਆਂ ਲਾਸ਼ਾਂ ਨੂੰ ਵੀ ਲਿਪਟ ਰਹੀਆਂ ਸਨ। ਪਰ ਉਹਨਾਂ ਮੁਸਲਿਮ ਧਿਆਣੀਆਂ ਦੀ ਕੋਈ ਨਾ ਸੁਣੀ ਗਈ। ਕੁੜੀਆਂ ਨੇ ਲੱਖ ਵਾਸਤੇ ਪਾਏ, ਮੁੜ ਕੇ ਉਹਨਾਂ ਨੇ ਸਿੱਖ ਸਰਦਾਰਾਂ ਨੂੰ ਤਾਏ ਚਾਚੇ ਬਾਬੇ ਆ ਕੇ ਪੈਰੀਂ ਹੱਥ ਵੀ ਲਾਏ ਤੇ ਆਪਣੇ ਰਿਸ਼ਤਿਆਂ 'ਚੋਂ ਥਾਂ ਸਿਰ ਲੱਗਦੇ ਉਹਨਾਂ ਬਜ਼ੁਰਗਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਉਹ ਆਉਣ ਜਾਣ ਸੀ, ਉਹਨਾਂ ਦੇ ਸਿਰ ਆਦ ਵੀ ਪਲੋਸਦੇ ਸਨ, ਉਹ ਬਜ਼ੁਰਗ ਵੀ ਉਹਨਾਂ ਦੇ ਤਰਲਿਆਂ ਦੇ ਅੱਗੇ ਚੁੱਪ ਸਨ। ਪਿੰਡ ਦੇ ਕਹਿੰਦੇ ਕਹਾਉਂਦੇ ਬਦਮਾਸ਼ਾਂ ਨੇ ਕੁੜੀਆਂ ਦੇ ਖਿੱਚ ਕੇ ਲੀੜੇ ਪਾੜਨੇ ਸ਼ੁਰੂ ਕਰ ਦਿੱਤੇ। ਚੁੱਪਚਾਪ ਖੜੇ ਪਿੰਡ ਦੇ ਦੋ ਅੰਮ੍ਰਿਤਧਾਰੀ ਸਿੰਘ ਅੱਗੇ ਵਧੇ, ਜੰਗ ਸਿੰਘ ਤੇ ਪ੍ਰਸੰਨ ਸਿੰਘ। ਉਹਨਾਂ ਨੇ ਉਹਨਾਂ ਮਸਟੰਡੇ ਸਿੱਖ ਮੁੰਡਿਆਂ ਨੂੰ ਵਰਜਿਆ, ਖਬਰਦਾਰ ਬਈ ਮੁੰਡਿਓ, ਇਹ ਬਿੱਲੀ ਪਾਪ ਨਾ ਕਰੋ, ਠਹਿਰੋ, ਇਹਨਾਂ ਨੂੰ ਗੁਰਦੁਆਰੇ ਲੈ ਚੱਲੋ ਜੇ ਇਹ ਅੰਮ੍ਰਿਤ ਛਕਣ ਨੂੰ ਤਿਆਰ ਨੇ ਤਾਂ। ਤੇ ਫਿਰ ਇਹਨਾਂ 21 ਮੁਸਲਿਮ ਕੁੜੀਆਂ ਦੀ ਟੋਲੀ ਨੂੰ ਗੁਰਦੁਆਰੇ ਵੱਲ ਹੱਕ ਲਿਆ ਗਿਆ। ਵਕਤ ਦਾ ਕਿਹੋ ਜਿਹਾ ਤਕਾਜ਼ਾ ਸੀ ਜਦੋਂ ਮਨੁੱਖ ਨਹੀਂ ਸੀ, ਸਗੋਂ ਜੰਗਲੀ ਹੋ ਗਿਆ ਸੀ। ਤੁਰਦੀ ਨੂੰ ਦੇਖ ਕਿਵੇਂ ਸਾਲੀ ਪਤਾਸੇ ਭੋਰਦੀ ਹੈ। ਇੱਕ ਮਸਟੰਡੇ ਹੋਏ ਨੇ ਸਿੱਖ ਕੁੜੀ ਮੁਸਲਿਮ ਕੁੜੀ ਨੂੰ ਟਕੋਰ ਕੀਤੀ। ਜਮਾਲੇ ਦੀ ਛੋਕਰੀ ਦੇ ਖਰਬੂਜੇ ਦੇਖੋ, ਚਿਰਾਗੂ ਦੀ ਬੱਚੀ ਦੀਆਂ ਅੰਬੀਆਂ ਵੇਖੋ, ਜਾਣੀ ਕਿ ਸਰਜੀਤ ਕੌਰ ਤੇ ਰੇਸ਼ਮਾ ਜਮਾਲੇ ਤੇ ਚਿਰਾਗੂ ਦੀਆਂ ਉਮਰੇ ਦੀਆਂ ਹੀ ਕੁੜੀਆਂ ਸਨ। ਜੰਗ ਸਿੰਘ ਤੇ ਪ੍ਰਸੰਨ ਸਿੰਘ, ਉਹਨਾਂ ਗੁਰੂ ਦੇ ਸਿੱਖ ਅਕਾਲੀਆਂ ਨੇ ਕਿਰਪਾਨਾਂ ਸੰਭਾਲ ਕੇ ਇਹਨਾਂ ਮਸ਼ਕਰੀ ਕਰਨ ਵਾਲੇ ਸਿੱਖ ਮੁੰਡਿਆਂ ਮਸਟੰਡਿਆਂ ਨੂੰ ਵਰਜਿਆ, ਕਿਉਂ ਮਗਜਾਲੀ ਮਾਰੀਏ, ਸ਼ਰਮ ਨਹੀਂ ਆਉਂਦੀ ਤੁਹਾਨੂੰ। ਤੇ ਫਿਰ ਉਹ ਮੁੰਡੇ ਬੋਲੇ, ਇਹਨਾਂ ਦੇ ਖਸਮਾਂ ਨੇ ਸਾਡੀਆਂ ਵੀ ਉਧਰ ਇਦਾਂ ਹੀ ਉਧਾਲੀਆਂ ਨੇ ਨਾ, ਤੇ ਸਾਡੀਆਂ ਹਿੰਦੂ ਸਿੱਖ ਕੁੜੀਆਂ ਨਾਲ ਕਿਹੜਾ ਇਹਨਾਂ ਨੇ ਭਲੀ ਗੁਜ਼ਾਰੀ ਹੈ ਪਾਕਿਸਤਾਨ ਦੇ ਵਿੱਚ। ਤੇ ਕਹਿਣ ਵਾਲਾ ਇਹ ਕਹਿ ਕੇ ਪਿੱਛੇ ਹਟ ਗਿਆ, ਪਰ ਫਿਰ ਵੀ ਉਹ ਜੰਗ ਸਿੰਘ ਤੇ ਪ੍ਰਸੰਨ ਸਿੰਘ ਅਕਾਲੀ ਸਿੱਖ ਸਰਦਾਰ ਦੀ ਗੱਲ ਤੋਂ ਤਰਪਕ ਗਏ, ਡਰ ਗਏ। ਉਸਨੇ ਪਤਾ ਹੀ ਨਾ ਲੱਗਣ ਦਿੱਤਾ ਕਿ ਕਦੋਂ ਕੁੜੀਆਂ ਦੇ ਪਿੱਛੇ ਹੋ ਕੇ ਇੱਕ ਨੇ ਉਹਨਾਂ ਦੀ ਛਾਤੀਆਂ 'ਚ ਰੁੱਗ ਭਰ ਲਿਆ। ਹਾਲਾਂਕਿ ਜੰਗ ਸਿੰਘ ਤੇ ਪ੍ਰਸੰਨ ਸਿੰਘ ਆਪਣੇ ਧਰਮ ਦੀ ਪਹਿਰੇਦਾਰੀ ਕਰ ਰਹੇ ਸਨ, ਪਰ ਇਹਨਾਂ ਸਿੱਖ ਮਸਟੁੰਡੇ ਜੋ ਮੁੰਡੇ ਸੀ, ਜਾਣੀ ਕਿ ਉਹਨਾਂ ਦੇ ਅੱਗੇ ਉਹ ਵੀ ਬੇਵਸ ਸਨ। 21 ਕੁੜੀਆਂ ਨੂੰ ਉਹ ਆਪਣੇ ਨਾਲ ਗੁਰੂ ਘਰ ਵੱਲ ਲਿਜਾਣ ਲੱਗੇ ਕਿ ਜੇ ਕੋਈ ਸਿੱਖ ਸੱਜਣਾ ਚਾਹੁੰਦੀ ਉਸ ਨੂੰ ਬਖਸ਼ ਦਿੱਤਾ ਜਾਏਗਾ। ਲਹੂ ਨਾਲ ਲਿਬੜੇ ਗੰਡਾਸੇ, ਬਰਸ਼ੇ, ਤਲਵਾਰਾਂ ਇਹਨਾਂ 21 ਕੁੜੀਆਂ ਦੇ ਦੁਆਲੇ ਉੱਚੇ ਤਣੇ ਹੋਏ ਸਨ, ਕਿਉਂਕਿ ਉਹਨਾਂ ਦੇ ਮਾਪੇ ਵੱਢ ਦਿੱਤੇ ਗਏ ਸਨ। ਉਹਨਾਂ 21 ਦੀਆਂ 21 ਕੁੜੀਆਂ ਦੀਆਂ ਧੌਣਾਂ ਜਿਵੇਂ ਮੋਢਿਆਂ ਤੇ ਨਹੀਂ ਸਨ, ਛਾਤੀਆਂ ਤੇ ਉੱਗੀਆਂ ਹੋਈਆਂ ਲੱਗਦੀਆਂ ਸਨ। ਉਹਨਾਂ ਦੀਆਂ ਗਰਦਨਾਂ ਜਿੰਨੀਆਂ ਛਾਤੀਆਂ ਤੇ ਲੁੜਕੀਆਂ ਹੋਈਆਂ ਸਨ, ਓਨੀਆਂ ਹੀ ਸਿੱਖ ਗੱਭਰੂਆਂ ਦੀਆਂ ਜਾਂ ਇਹਨਾਂ ਮਸਟੁੰਡਿਆਂ ਦੀਆਂ ਧੌਣਾਂ ਮਾਣ ਨਾਲ ਉੱਚੀਆਂ ਹੋ ਰਹੀਆਂ ਸਨ। ਉਹ ਬੜੀ ਟੇਢੀ ਤੇ ਗੰਦੀ ਨਜ਼ਰ ਨਾਲ ਇਹਨਾਂ ਕੁੜੀਆਂ ਨੂੰ ਤਾੜ ਰਹੇ ਸਨ। ਗੁਰੂ ਘਰ ਤੱਕ ਆਉਂਦਿਆਂ 21 ਦੇ ਵਿੱਚੋਂ 2 ਕੁੜੀਆਂ ਗਾਇਬ ਹੋ ਗਈਆਂ। ਉਹ 2 ਕੁੜੀਆਂ ਨਹੀਂ, 2 ਲਾਸ਼ਾਂ ਸਨ ਤੇ 19 ਲਾਸ਼ਾਂ ਗੁਰਦੁਆਰੇ ਦੇ ਵਿਹੜੇ 'ਚ ਖੜੀਆਂ ਸਨ। ਜਾਣੀ ਉਹ ਕੁੜੀਆਂ ਉਸੇ ਮੁਰਦਾ ਹਾਲਾਤ ਦੇ ਵਿੱਚ, ਜਾਣੀ ਉਹਨਾਂ ਦੇ ਸਿਰ ਛਾਤੀਆਂ ਤੱਕ ਝੁਕੇ ਹੋਏ ਸਨ। ਤੇ ਇੱਕ ਸਿੰਘ ਬੋਲਿਆ, ਦੱਸੋ ਕੁੜੀਓ, ਅੰਮ੍ਰਿਤ ਛਕਣ ਨੂੰ ਤਿਆਰ ਹੋ? ਕੋਈ ਸਿੰਘ ਮਜ਼ਲੂਮਾਂ ਦੀ ਰੱਖਿਆ ਦੇ ਵਾਸਤੇ ਨਿਤਰਿਆ ਸੀ। ਛੇਤੀ ਬੋਲੋ ਕੁੜੀਓ। ਕੁੜੀਆਂ ਦੀ ਮੁਰਦਾ ਚੁੱਪ ਬੋਲ ਰਹੀ ਸੀ, ਅਸੀਂ ਹੁਣ ਕੇਵਲ ਲਾਸ਼ਾਂ ਹਾਂ, ਸਾਡਾ ਕੋਈ ਦੀਨ ਧਰਮ ਨਹੀਂ ਹੈ, ਅਸੀਂ ਮਿੱਟੀ ਹਾਂ, ਮਿੱਟੀ ਦਾ ਕੋਈ ਧਰਮ ਨਹੀਂ ਹੁੰਦਾ, ਸਾਡਾ ਕੋਈ ਰੂਪ, ਕੋਈ ਸ਼ਕਲ, ਕੋਈ ਆਕਾਰ ਨਹੀਂ, ਮਿੱਟੀ ਨੂੰ ਜਿਵੇਂ ਕੋਈ ਮਰਜ਼ੀ ਡੋਲ ਲਵੇ। ਪਿੰਡ ਦੇ ਗੱਤਕੇਬਾਜ਼ ਨੌਜਵਾਨ ਪ੍ਰਸੰਨ ਸਿੰਘ ਨੂੰ ਕੋਈ ਅਜੀਬ ਜਿਹਾ ਜੋਸ਼ ਆ ਗਿਆ, ਜਿਵੇਂ ਉਸ ਦਾ ਇਹ ਪ੍ਰਸੰਨ ਸਿੰਘ ਦਾ ਜੋਸ਼ ਅਚਨਚੇਤੀ ਜਾਗ ਪਿਆ ਹੋਵੇ। ਨਹੀਂ, ਪਿੰਡ ਦੀਆਂ ਕੁੜੀਆਂ ਦੇ ਪਿੰਡ 'ਚ ਸਹੁਰੇ ਨਹੀਂ ਬਣ ਸਕਦੇ,
ਹੈ ਕੋਈ ਮਾਈ ਦਾ ਲਾਲ ਜੋ ਇਹਨਾਂ ਨੂੰ ਧਰਮ ਦੀਆਂ ਭੈਣਾਂ ਬਣਾ ਕੇ ਘਰ ਲੈ ਜਾਵੇ? ਤੂੰ ਆਪਣੀ ਖੈਰ ਮਨਾ ਲੈ ਤੇ ਲਾਂਭੇ ਹੋ ਜਾ, ਸਾਨੂੰ ਰੋਕਣ ਵਾਲਾ ਕੋਈ ਨਹੀਂ ਹੈ। ਤਣਾਅ ਵੱਧ ਗਿਆ ਤੇ ਜਾਪਦਾ ਸੀ ਕਿ ਜਿਵੇਂ ਉਹਨਾਂ ਦੀ ਆਪਸ ਦੇ ਵਿੱਚ ਤਲਵਾਰ ਖੜਕੇਗੀ। ਜਾਣੀ ਇਹ ਪਿੰਡ ਦਾ ਨੌਜਵਾਨ ਪ੍ਰਸੰਨ ਸਿੰਘ ਸਿੱਖੀ ਦੇ ਉਸ ਫਲਸਫੇ ਦੇ ਜੋਸ਼ ਦੇ ਵਿੱਚ ਆ ਗਿਆ ਕਿ ਪਿੰਡ ਦੀ ਕੁੜੀ ਦੇ ਜਾਣੀ ਇਸ ਮੁਸਲਮ ਕੁੜੀ ਦੇ ਆਨੰਦ ਕਾਰਜ ਤੋਂ ਬਾਅਦ ਪਿੰਡ 'ਚ ਸਹੁਰੇ ਨਹੀਂ ਬਣ ਸਕਦੇ। ਜੇ ਤੁਸੀਂ ਇਹਨਾਂ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਧਰਮ ਦੀ ਭੈਣ ਬਣਾ ਕੇ, ਗੁਰਸਿੱਖ ਬਣਾ ਕੇ ਆਪਣੇ ਘਰੇ ਲੈ ਜਾਓ। ਜਾਣੀ ਪ੍ਰਸੰਨ ਸਿੰਘ ਨੇ ਸਿੱਖ ਫਲਸਫੇ ਦੇ ਅਸੂਲਾਂ ਦੇ ਵਿੱਚ ਇਹ ਮਿਹਣਾ ਉਹਨਾਂ ਨੂੰ ਮਾਰਿਆ। ਜਾਣੀ ਕਿ ਉਸ ਜਿਹੜੇ ਮਸਟੰਡੇ ਸਨ ਉਹਨਾਂ ਨੇ ਪ੍ਰਸੰਨ ਸਿੰਘ ਦੀ ਇਸ ਗੱਲ ਦੇ ਨਾਲ ਨਾ ਖੁਸ਼ੀ ਪ੍ਰਗਟ ਕਰਦਿਆਂ ਉਸ ਨੂੰ ਵਰਜਿਆ ਕਿ ਤੂੰ ਆਪਣੀ ਖੈਰ ਮਨਾ ਤੇ ਲਾਂਭੇ ਹੋ ਜਾ, ਸਾਨੂੰ ਹੁਣ ਆਪਣੀ ਆਈ ਤੇ ਰੋਕਣ ਵਾਲਾ ਕੋਈ ਨਹੀਂ ਹੈ। ਇਹਨਾਂ ਮਸਟੰਡਿਆਂ ਤੇ ਪ੍ਰਸੰਨ ਸਿੰਘ ਦੇ ਦਰਮਿਆਨ ਹੋ ਰਹੀ ਤਕਰਾਰ ਨੂੰ ਵੇਖ ਕੇ ਜਿਹੜੇ ਉਹ ਜੰਗ ਸਿੰਘ ਤੇ ਪ੍ਰਸੰਨ ਸਿੰਘ ਸੀਗੇ ਉਹ ਪੈਂਤਰੇ ਹੋ ਗਏ। ਦੋ ਕੁ ਜਾਣੇ ਹੋਰ ਉਹਨਾਂ ਦੀ ਮਦਦ ਤੇ ਹੋ ਗਏ ਤੇ ਕੁੜੀਆਂ ਨੂੰ ਸਿਵਿਆਂ ਵੱਲ ਤੋਰ ਲਿਆ ਗਿਆ ਤੇ ਫਿਰ ਸਿਵਿਆਂ ਕੋਲ ਜਾ ਕੇ ਉਹਨਾਂ ਨੂੰ ਇੱਕ ਕਤਾਰ ਦੇ ਵਿੱਚ ਖੜਾਉਣ ਲਈ ਕਿਹਾ ਗਿਆ। ਕੁੜੀਆਂ ਦੇ ਵਿੱਚ ਹਰਕਤ ਆਈ। ਇੱਕ ਵਾਰ ਉਹ ਫੇਰ ਹੱਡ ਮਾਸ ਦੀਆਂ ਜਿਉਂਦੀਆਂ ਜਾਗਤੀਆਂ ਮੂਰਤੀਆਂ ਸਨ। ਦੁਆ ਦੀ ਅਦਾ ਦੇ ਵਿੱਚ ਉਹਨਾਂ ਨੇ ਆਪਣੇ ਹੱਥ ਅੱਖਾਂ ਮੂਹਰੇ ਫੈਲਾ ਲਏ, ਅੱਖਾਂ ਨੂੰ ਛੁਹਾਏ ਤੇ ਫਿਰ ਉਹ ਇੱਕ ਕਤਾਰ ਦੇ ਵਿੱਚ ਖੜੋ ਗਈਆਂ। ਆਸੇ-ਪਾਸੇ ਬਹੁਤ ਸਾਰੀਆਂ ਗਿਰਜਾਂ ਦੀ ਭੀੜ ਉਹਨਾਂ ਤੇ ਲਪਕ ਕੇ ਪੈਣ ਲਈ ਤਿਆਰ ਖੜੀ ਸੀ। ਜੰਗ ਸਿੰਘ ਤੇ ਪ੍ਰਸੰਨ ਸਿੰਘ ਦੀ ਮਦਦ ਲਈ ਦੋ ਹੋਰ ਜਾਣੇ ਵੀ ਉਹਨਾਂ ਨਾਲ ਆਏ। ਬਈ ਅਸੀਂ ਤੁਹਾਡੇ ਧਰਮ ਦੇ ਕੰਮ ਦੇ ਵਿੱਚ ਹੱਥ ਵਟਾਵਾਂਗੇ। ਤੇ ਨਵੇਂ ਆਏ ਉਹ ਦੋਵੇਂ ਜਣੇ ਕੁੜੀਆਂ ਦੀ ਕਤਾਰ ਦੇ ਦੋਵੇਂ ਪਾਸੇ ਹੋ ਗਏ। 18 ਕੁੜੀਆਂ ਸ਼ਮਸ਼ਾਨ ਘਾਟ ਦੇ ਵਿੱਚ ਝਟਕੀਆਂ ਜਾ ਚੁੱਕੀਆਂ ਸਨ। 18 ਸੂਹੇ ਦਰਿਆ ਹੋਰ ਵਗ ਪਏ ਤੇ ਆਖਰ 19ਵੀਂ ਕੁੜੀ ਪ੍ਰਸੰਨ ਸਿੰਘ ਦੇ ਗਲ ਨੂੰ ਆ ਚਿੰਬੜੀ। ਪ੍ਰਸੰਨ ਸਿੰਘ ਨੇ ਵੇਖਿਆ ਕਿ ਉਹ ਦੁੱਲੇ ਲਲਾਰੀ ਦੀ ਧੀ ਜੈਨਾ ਸੀ। ਪ੍ਰਸੰਨ ਸਿੰਘ ਦੁੱਲੇ ਨੂੰ ਚਾਚਾ ਕਹਿ ਕੇ ਬੁਲਾਉਂਦਾ ਹੁੰਦਾ ਸੀ ਤੇ ਬਚਪਨ ਤੋਂ ਹੀ ਉਹ ਆਪਣੀ ਬੇਬੇ ਦੇ ਨਾਲ ਸੂਤ ਜਾਂ ਫੁਲਕਾਰੀਆਂ ਜਾਂ ਬਾਗ ਦਾ ਕੱਪੜਾ ਰੰਗਾਉਣ ਵੇਲੇ ਜੈਨਾ ਦੇ ਘਰ ਜਾਂਦਾ ਸੀ ਤੇ ਚਾਚੀ ਰਮਜ਼ਾਨ ਉਸ ਨੂੰ ਬੁੱਕਲ ਦੇ ਵਿੱਚ ਲੈਂਦੀ ਸੀ ਤੇ ਉਸਨੇ ਨਿੱਕੀ ਹੁੰਦੀ ਜੈਨਾ ਨੂੰ ਕਈ ਵਾਰੀ ਖਿਡਾਇਆ ਵੀ ਸੀ। ਤੇ ਜੈਨਾ ਉਸ ਨੂੰ ਕਹਿਣ ਲੱਗੀ, ਬਾਈ ਪ੍ਰਸੰਨ ਸਿਆਂ ਭੈਣ ਦੇ ਸਿਰ ਤੇ ਜਾਂਦੀ ਵਾਰੀ ਦਾ ਹੱਥ ਵੀ ਨਹੀਂ ਰੱਖੇਗਾ, ਅਖੀਰਲੀਆਂ ਗੱਲਾਂ ਕਰ ਲੈਣ ਦੇ ਬਾਈ। ਜੈਨਾ ਨੇ ਪ੍ਰਸੰਨ ਸਿੰਘ ਦਾ ਹੱਥ ਫੜਿਆ ਹੋਇਆ ਸੀ। ਰੱਖ ਦੇ ਬਾਈ ਹੱਥ ਸਿਰ ਤੇ। ਪ੍ਰਸੰਨ ਸਿੰਘ ਬੋਲਿਆ, ਨਹੀਂ ਰੱਖਿਆ ਜਾਂਦਾ ਭੈਣੇ, ਇਹ ਹੱਥ ਸਿਰ ਤੇ ਨਹੀਂ ਰੱਖਿਆ ਜਾਣਾ। ਮੈਂ ਤੇਰੀ ਧੌਣ ਤਾਂ ਵੱਢ ਸਕਦਾ, ਤੇਰੇ ਸਿਰ ਤੇ ਹੱਥ ਨਹੀਂ ਰੱਖ ਸਕਦਾ। ਇਹ ਕਹਿੰਦਿਆਂ ਪ੍ਰਸੰਨ ਸਿੰਘ ਦੀ ਲੇਰ ਨਿਕਲ ਗਈ। ਮੁਸਲਮਾਨ ਮਰਦ ਔਰਤਾਂ ਬੱਚਿਆਂ ਦੀਆਂ ਧੌਣਾਂ ਤੇ ਤਲਵਾਰ ਚੱਲਦੀ ਰਹੀ ਪਰ ਉਸ ਦਾ ਚਿੱਤ ਕਦੇ ਵੀ ਨਹੀਂ ਸੀ ਡੋਲਿਆ। ਪਰ ਜੈਨਾ ਦੇ ਇਹ ਬੋਲ ਉਸ ਨੂੰ ਵੀਰ ਕਹਿ ਕੇ ਸੰਬੋਧਨ ਕਰਤੇ ਉਸ ਦਾ ਸਾਰਾ ਸਿੱਖੀ ਜਜ਼ਬਾ ਜਿਵੇਂ ਸੁਆਹ ਹੋ ਗਿਆ। ਉਸਨੇ ਖੂਨ ਨਾਲ ਲਿਬੜੀ ਤਲਵਾਰ ਨੀਵੀਂ ਕਰ ਦਿੱਤੀ ਤੇ ਪ੍ਰਸੰਨ ਸਿੰਘ ਨੇ ਜੈਨਾ ਦੇ ਜਵਾਬ ਤੋਂ ਆਪਣੀ ਜੁਰਤ ਖੋ ਲਈ ਸੀ। ਪਤਾ ਨਹੀਂ ਉਹ ਕਿੰਨੇ ਕੁ ਮੁਸਲਮਾਨਾਂ ਨੂੰ ਵੱਢ ਚੁੱਕਾ ਸੀ ਪਰ ਜੈਨਾ ਦੇ ਇੱਕ ਜਵਾਬ ਤੇ ਅੱਗੇ ਉਹ ਬੇਵੱਸ ਹੋ ਗਿਆ। ਉਸ ਦੇ ਵਿੱਚ ਉਹ ਜਨੂਨ ਜੁਰਤ ਸਭ ਖਤਮ ਹੋ ਗਈ ਤੇ ਜੈਨਾ ਧੌਣ ਝੁਕਾਈ ਉਹਦੇ ਸਾਹਮਣੇ ਖੜੀ ਸੀ। ਲਿਆ ਸਿਰ ਪਲੋਸ ਦਿੰਦਾ ਉਸਨੇ ਬਾਂਹ ਨੂੰ ਉੱਪਰ ਉਠਾਉਣ ਵੇਲੇ ਉਸਨੂੰ ਜਾਪਿਆ ਜਿਵੇਂ ਉਸਦੀ ਬਾਂਹ ਉੱਪਰ ਨਹੀਂ ਸੀ ਉੱਠ ਰਹੀ, ਜਿਵੇਂ ਉਸਦੀ ਬਾਂਹ ਲੱਕੜ ਦੀ ਬਣ ਗਈ ਹੋਵੇ। ਬਾਈ ਤਾਈ ਤੇ ਭੈਣ ਘੋਟੋ ਨੂੰ ਮੇਰੀ ਰਾਮ ਸੱਤ ਆਖੀ। ਜਾਨੀ ਪ੍ਰਸੰਨ ਸਿੰਘ ਦੀ ਭੈਣ ਦਾ ਨਾਂ ਘੋਟੋ ਸੀ ਤੇ ਉਸਨੇ ਉਸਦੀ ਮਾਂ ਨੂੰ ਉਹ ਤਾਈ ਕਹਿੰਦੀ ਸੀ। ਆਖੀ ਯਾਦ ਕਰਦੀ ਸੀ ਜੇ ਜਾਂਦੀ ਵਾਰ ਦੇ ਦਰਸ਼ਨ ਹੋ ਜਾਂਦੇ। ਅਨੇਕਾਂ ਬੁੜੀਆਂ ਬੰਦਿਆਂ ਨੂੰ ਲੋਥਾਂ ਦੇ ਵਿੱਚ ਬਦਲ ਦੇਣ ਵਾਲਾ ਪ੍ਰਸੰਨ ਸਿੰਘ ਥਰਨ ਥਰਨ ਕੰਬੀ ਜਾ ਰਿਹਾ ਸੀ। ਉਸ ਦਾ ਹੱਥ ਪਤਾ ਨਹੀਂ ਕਦੋਂ ਜੈਨੋ ਦੇ ਸਿਰ ਤੋਂ ਤਿਲਕ ਗਿਆ। ਉਸਨੇ ਹੰਝੂ ਲੁਕਾਉਣ ਦੇ ਲਈ ਦੂਜੇ ਪਾਸੇ ਮੂੰਹ ਕਰ ਲਿਆ। ਜੈਨੋ ਨੂੰ ਕਿਹਨੇ ਕਿਸ ਵੇਲੇ ਝਟਕਿਆ ਪ੍ਰਸੰਨ ਸਿੰਘ ਨੂੰ ਕੋਈ ਸੁੱਧ ਬੁੱਧ ਨਹੀਂ ਸੀ। ਉਹ ਤਾਂ ਪਹਿਲਾਂ ਹੀ ਪਰੇ ਜਾ ਕੇ ਪੈਰਾਂ ਭਾਰ ਬੈਠ ਗਿਆ ਸੀ ਤੇ ਉਸਨੇ ਆਪਣਾ ਸਿਰ ਗੋਡਿਆਂ ਦੇ ਵਿੱਚ ਦੇ ਲਿਆ ਸੀ ਤੇ ਆਖਰ ਇਹ ਸਭ ਕੁਝ ਖਤਮ ਹੋ ਗਿਆ। ਬਹੁਤ ਦਿਨ ਬਾਅਦ ਪਤਾ ਲੱਗਿਆ ਕਿ 21 ਕੁੜੀਆਂ ਦੇ ਵਿੱਚੋਂ 2 ਕੁੜੀਆਂ ਰੇਸ਼ਮਾ ਤੇ ਰਹਿਮ ਤੇ ਪਿੰਡ ਦੇ ਜੱਟ ਮੁੰਡਿਆਂ ਨੇ ਹੀ ਛਪਾਈਆਂ ਹੋਈਆਂ ਸਨ। ਜਾਣੀ ਕਿ ਉਹ 21 ਦੇ ਵਿੱਚੋਂ 19 ਵੱਢ ਸੁੱਟੀਆਂ ਤੇ ਆਖਰੀ ਸੀ ਜੈਨਾ। ਇਸ ਪ੍ਰਸੰਗ ਨੇ ਮੇਰੀਆਂ ਵੀ ਅੱਖਾਂ ਨਮ ਕਰ ਦਿੱਤੀਆਂ ਤੇ ਬਹੁਤ ਦੇਰ ਬਾਅਦ ਪਤਾ ਲੱਗਿਆ ਕਿ ਉਹਨਾਂ 21 ਕੁੜੀਆਂ ਦੇ ਵਿੱਚੋਂ 2 ਕੁੜੀਆਂ ਰੇਸ਼ਮਾ ਜਿਹੜੀ ਰੇਸ਼ਮ ਕੌਰ ਬਣੀ ਤੇ ਰਹਿਮ ਤੇ ਪਿੰਡ ਦੇ ਹੀ ਜੱਟ ਮੁੰਡਿਆਂ ਨੇ ਛਪਾ ਲਈਆਂ ਸੀ। ਪਰ ਉਦੋਂ ਤੱਕ
ਮਿਲਟਰੀ ਵਾਲੇ ਪੁਣਛਾਣ ਕਰਕੇ ਜਾ ਚੁੱਕੇ ਸਨ। ਭੁੱਲਰਾਂ ਦੇ ਬੰਤੇ ਨੇ ਰਹਿਮਤੇ ਤੇ ਬਾਸੀਆਂ ਦੇ ਭੰਗੇ ਨੇ ਰੇਸ਼ਮਾ ਨੂੰ ਵਸਾ ਲਿਆ ਸੀ। ਕਹਿੰਦੇ ਨੇ ਦੋਹਾਂ ਕੁੜੀਆਂ ਨੇ 3 ਵਾਰ ਆਤਮ ਹੱਤਿਆ ਕਰਨ ਦਾ ਯਤਨ ਕੀਤਾ, ਪਰ ਅਸਫਲ ਰਹੀਆਂ। ਉਹਨਾਂ ਤੇ ਨਿਗਰਾਨੀ ਸਖਤ ਕਰ ਦਿੱਤੀ ਗਈ, ਪਰ ਉਹਨਾਂ ਦੋਨਾਂ ਦੀ ਪੇਸ਼ ਨਹੀਂ ਸੀ ਚੱਲਦੀ, ਨਾ ਰਹਿਮਤੇ ਦੀ ਤੇ ਨਾ ਰੇਸ਼ਮਾ ਦੀ। ਤੇ ਦੋਵੇਂ ਜਾਣੀਆਂ ਉਮਰੇ ਦੀ ਵੱਖੀ ਲੱਗ ਕੇ ਵਿਲਕ ਰਹੀਆਂ ਸਨ ਆਪਣੇ ਚਾਚੇ ਜਾਣੀ ਉਮਰਦੀਨ ਦੀਆਂ। ਤੇ ਇਹਨਾਂ ਤਿੰਨਾਂ ਦੇ ਬੁੱਲ੍ਹਾਂ ਤੇ ਸ਼ਬਦ ਸਿਕਰੀ ਬਣ ਕੇ ਸੁੱਕ ਗਏ ਸਨ। ਤੇ ਫਿਰ ਥੋੜੀ ਚਿਰ ਬਾਅਦ ਉਮਰੇ ਦੇ ਬੁੱਲ੍ਹਾਂ ਤੇ ਕੰਬਣੀ ਜਿਹੀ ਛਿੜੀ। ਇਹ ਕੁੜੀ ਸ਼ਾਇਦ ਸਰਜੀਤ ਕੌਰ ਨੇ ਉਸ ਦਾ ਨਾਂ ਲਿਆ ਸੀ, ਪਰ ਉਮਰੇ ਨੂੰ ਚੇਤੇ ਨਹੀਂ ਸੀ। ਅੱਬਾ, ਇਹ ਤਾਏ ਜਮਾਲੇ ਦੀ ਰੇਸ਼ਮਾ ਆ। ਰਹਿਮਤੇ ਨੇ ਅੱਖਾਂ ਦੇ ਵਿੱਚ ਚੁੰਨੀ ਭਰ ਕੇ ਭਰੜਾਈ ਆਵਾਜ਼ ਦੇ ਵਿੱਚ ਆਖਿਆ। ਉਹ ਬਜ਼ੁਰਗ ਉਮਰਦੀਨ ਫੇਰ ਬੋਲਿਆ, ਓਏ ਪੁੱਤ। ਇਸ ਤੋਂ ਅੱਗੇ ਉਹ ਉਮਰਦੀਨ ਕੁਝ ਨਹੀਂ ਬੋਲ ਸਕਿਆ। ਜਿਵੇਂ ਉਮਰਦੀਨ ਦਾ ਸੰਗ ਸੁੱਕ ਗਿਆ ਸੀ। ਲਾਟ ਜਿਹੜੀ ਧਾਰ ਨੂੰ ਕਾਬੂ ਕਰਕੇ ਫਿਰ ਉਸਨੇ ਕੁਝ ਕਹਿਣ ਦਾ ਯਤਨ ਕੀਤਾ, ਪਰ ਉਸਦੀ ਘਿੱਗੀ ਵੱਜ ਗਈ। ਤੁਸੀਂ ਸੰਤਾਪ ਭੋਗਣ ਨੂੰ ਬਚ ਗਈਓ ਮੇਰੀਓ ਬੱਚੀਓ। ਤੇ ਉਹ ਮੂੰਹੋਂ ਟੁੱਟ ਕੇ ਉਸਦੇ ਸ਼ਬਦ ਡਿੱਗਦੇ ਰਹੇ। ਰੇਸ਼ਮਾ ਫਿਰ ਉਸਦੀ ਬੁੱਕਲ ਦੇ ਵਿੱਚ ਢੇਰੀ ਹੋ ਗਈ। ਕਿਰਪਾਲ ਥੋੜਾ ਪਰਾਂ ਧੌਣ ਝੁਕਾਈ ਖੜਾ ਸੀ। ਉਸਨੂੰ ਰੋਣ ਆ ਰਿਹਾ ਸੀ। ਨਾ ਹੀ ਨਾਨੇ ਦੇ ਆਉਣ ਦੀ ਉਸਨੂੰ ਕੋਈ ਖੁਸ਼ੀ ਹੋ ਰਹੀ ਸੀ। ਉਸਨੂੰ ਤਾਂ ਸਗੋਂ ਜਾਪ ਰਿਹਾ ਸੀ ਕਿ ਜਿਵੇਂ ਉਹਦੀ ਆਤਮਾ ਇਸ ਬਜ਼ੁਰਗ ਨੇ ਆ ਕੇ ਬੇਪਰਦ ਕਰ ਦਿੱਤੀ ਹੋਵੇ, ਜਿਵੇਂ ਉੱਪਰੋਂ ਹਾਲਤ ਉਸ ਵੱਲੋਂ ਕੀਤੇ ਜ਼ਬਰ ਜਨਾਹ ਦਾ ਦਾਗ ਕੁੱਲ ਲਕਾਈ ਦੇ ਅੱਗੇ ਨੰਗੇ ਹੋ ਗਏ ਹੋਣ। ਉਹ ਮੁਸਲਮਾਨ ਦਾ ਪੁੱਤ ਹੈ। ਉਸਦੀ ਮਾਂ ਨੂੰ ਵੱਡਾ ਟੁੱਕੀ ਵੇਲੇ ਉਸਦੇ ਪਿਓ ਨੇ ਕਾਬੂ ਕੀਤਾ ਸੀ। ਉਹ ਉਮਰੇ ਇੱਕ ਗਰੀਬ ਮੁਸਲਮਾਨ ਜੱਟ ਦੀ ਧੀ ਸੀ ਤੇ ਕਿਰਪਾਲ ਦੀ ਚੇਤਨਾ ਗੁੰਮ ਗਈ ਸੀ ਤੇ ਉਸਦੀ ਆਤਮਾ ਦੇ ਪਿੰਡੇ ਉੱਪਰ ਜਿਵੇਂ ਸ਼ਬਦ ਝਰੀਟੇ ਪਏ ਸਨ। ਓਏ ਪੁੱਤ, ਮੈਂ ਤਾਂ ਆਸ ਹੀ ਮੁਕਾ ਦਿੱਤੀ ਸੀ। ਉਮਰਾ ਬੋਲਿਆ, ਇਹ ਤਾਂ ਆਪਣਾ ਧੰਨਾ ਸੋ ਐਤਕੀ ਯਾਤਰਾ ਤੇ ਮਿਲ ਪਿਆ ਪਾਕਿਸਤਾਨ। ਮੈਂ ਪੁੱਛ ਲਿਆ, ਬਈ ਸਰਦਾਰਾ ਕਿਹੜੇ ਥਾਂ ਤੇ ਦੌਲਤ ਖਾਨੇ ਆ ਤੇਰੇ? ਇਹ ਕਹਿੰਦਾ ਬਾਜਕ। ਮੈਨੂੰ ਤਾਂ ਜਿਵੇਂ ਰੱਬ ਹੀ ਮਿਲ ਪਿਆ। ਬਾਜਕ ਪਿੰਡ ਦੀ ਗੱਲ ਹੈ। ਮੈਂ ਉਸਦੇ ਗਲ ਨੂੰ ਚਿੰਬੜ ਕੇ ਭੁੱਬਾ ਮਾਰ-ਮਾਰ ਰੋਇਆ। ਗੱਲਾਂ ਕਰਦੇ ਵਕਤ ਜਦੋਂ ਉਮਰਦੀਨ ਦੇ ਮੂੰਹੋਂ ਆਪਣਾ ਧੰਨਾ ਸਿਓ ਸ਼ਬਦ ਨਿਕਲੇ ਤਾਂ ਉਸਦੀ ਰੂਹ ਉੱਪਰ ਬੀਤੇ ਦਾ ਕੋਈ ਪਛਤਾਵਾ ਨਹੀਂ ਸੀ। ਘਿਰਣਾ ਦਾ ਇੱਕ ਵੀ ਸ਼ਬਦ ਉਸ ਬਜ਼ੁਰਗ ਉਮਰੇ ਦੀ ਆਤਮਾ ਤੇ ਨਹੀਂ ਸੀ। ਉਹ ਤਾਂ ਰੇਸ਼ਮਾ ਦੇ ਮੋਢੇ ਤੇ ਹੱਥ ਰੱਖ ਕੇ ਨੀਵੀਂ ਪਾਈ ਬਸ ਧਰਤੀ ਤੇ ਕੁਝ ਲੱਭ ਰਿਹਾ ਸੀ ਜਾਂ ਧਰਤੀ ਦਾ ਸ਼ੁਕਰਾਨਾ ਅਦਾ ਕਰ ਰਿਹਾ ਸੀ। ਉਸਨੇ ਹੀ ਤੁਹਾਡੇ ਬਾਰੇ ਦੱਸਿਆ ਕਿ ਸੁੱਖ ਨਾਲ ਤੁਸੀਂ ਦੋਵੇਂ ਧੀਆਂ ਪੁੱਤਾਂ ਚੋਂ ਖੇਡਦੀਆਂ ਹੋ। ਸੁੱਖ ਨਾਲ ਤਾਂ ਫਿਰ ਧੀਆਂ ਪੁੱਤਾਂ ਚੋਂ ਖੇਡਦੀਆਂ ਸ਼ਬਦ ਉਸਦੇ ਪੜਾਏ ਗਲੇ ਤੋਂ ਵਿੱਚੋਂ ਫਸ ਕੇ ਟੁੱਟ ਕੇ ਨਿਕਲੇ। ਇਹ ਮੁੰਡਾ ਉਮਰਦੀਨ ਨੇ ਕਿਰਪਾਲ ਬੰਨੀ ਵੇਖ ਕੇ ਆਖਿਆ, ਰੇਸ਼ਮਾ ਦਾ ਮੁੰਡਾ ਹੈ। ਸਰਜੀਤ ਕੌਰ ਜਾਣੀ ਕਿ ਰਹਿਮਤੇ ਨੇ ਉਮਰਦੀਨ ਨੂੰ ਦੱਸਿਆ, ਕਿਉਂਕਿ ਰੇਸ਼ਮਾ ਨੂੰ ਬੋਲਣ ਦਾ ਮੌਕਾ ਹੀ ਨਹੀਂ ਸੀ ਮਿਲ ਰਿਹਾ। ਕਿਰਪਾਲ ਨੇ ਸਭ ਕੁਝ ਸੁਣ ਲਿਆ, ਪਰ ਉਹ ਨਾਨੇ ਵੱਲ ਨਹੀਂ ਸੀ ਓਹਲਿਆ। ਉਮਰੇ ਨੇ ਹੀ ਆਪਣੇ ਬੁੱਢੇ ਹੱਡਾਂ ਨੂੰ ਚੁੱਕਿਆ ਤੇ ਕੋਲ ਜਾ ਕੇ ਕਿਰਪਾਲ ਦਾ ਸਿਰ ਪਲੋਸਿਆ। ਉਮਰਾ ਹੀ ਤਾਂ ਉਹਨਾਂ ਦੇ ਕੋਲ ਚੱਲ ਕੇ ਆਇਆ ਸੀ, ਸੋ ਇਸ ਆਪਣੇ ਦੋਤਮਾਨ ਦਾ ਸਿਰ ਪਲੋਸਣਾ ਵੀ ਸ਼ਾਇਦ ਉਮਰੇ ਦੀ ਹੀ ਜ਼ਿੰਮੇਵਾਰੀ ਸੀ। ਕਿਰਪਾਲ ਦਾ ਸਿਰ ਪਲੋਸਦਿਆਂ ਉਮਰਦੀਨ ਬੋਲਿਆ, ਜਿਉਂਦਾ ਵਸਦਾ ਰਹਿ ਪੁੱਤਰਾ। ਉਸਦੀ ਫੇਰ ਧਾਰ ਨਿਕਲੀ। ਉਮਰੇ ਦੇ ਮੂੰਹੋਂ ਬੜੀ ਮੁਸ਼ਕਲ ਦੇ ਨਾਲ ਜੁਰਤ ਕਰਕੇ ਇਹ ਸ਼ਬਦ ਨਿਕਲੇ। ਇਹ ਸ਼ਬਦ ਵੀ ਜਿਵੇਂ ਉਸਨੇ ਉਧਾਰੇ ਹੀ ਲਏ ਸਨ, ਇਸੇ ਧਰਤੀ ਨੂੰ ਜਿਵੇਂ ਮੋੜ ਜਾਣੇ ਸਨ। ਇੰਨੇ ਚਿਰ ਨੂੰ ਸਰਜੀਤ ਕੌਰ ਦੇ ਦੋਵੇਂ ਪੁੱਤ ਕੈਲਾ ਤੇ ਪਾਲਾ ਵੀ ਖੇਤੋਂ ਆ ਗਏ। ਉਹ ਵੀ ਇੱਕ ਮੁਸਲਮਾਨ ਬਜ਼ੁਰਗ ਨੂੰ ਇਸ ਹਾਲਤ ਵਿੱਚ ਵੇਖ ਕੇ ਇਸ ਤਰ੍ਹਾਂ ਨਾਲ ਭਮੱਤਰ ਗਏ। ਜਾਣ ਪਛਾਣ ਕਰਾਉਂਦਿਆਂ ਉਮਰ ਨੇ ਵੀ ਉਹਨਾਂ ਦੇ ਸਿਰ ਪਲੋਸ ਦਿੱਤੇ। ਵਾਰੀ-ਵਾਰੀ ਉਹਨਾਂ ਦੀਆਂ ਨੂੰਹਾਂ ਅਣਮੰਨੇ ਜਿਹੇ ਦਿਲ ਨਾਲ ਉਸ ਬਜ਼ੁਰਗ ਦੇ ਪੈਰੀਂ ਹੱਥ ਲਾਉਣ ਆਈਆਂ। ਕਿਸੇ ਦੀ ਵੀ ਜ਼ੁਬਾਨ ਤੇ ਨਾਨਾ ਸ਼ਬਦ ਆਇਆ ਹੋਵੇ, ਪੱਕ ਨਾਲ ਨਹੀਂ ਕਿਹਾ ਜਾ ਸਕਦਾ। ਸਰਜੀਤ ਕੌਰ ਜਾਣੀ ਕਿ ਰਹਿਮਤੇ ਦਾ ਪਤੀ ਬੰਤਾ ਸੋਂ ਅਜੇ ਵੀ ਪਸ਼ੂਆਂ ਦੇ ਅੱਗੇ ਪਿੱਛੇ ਬਹਾਨੇ ਜੇ ਮਾਰਦਾ, ਢੌਂਗ ਜਿਹਾ ਕਰਦਾ ਫਿਰ ਰਿਹਾ ਸੀ। ਉਸ ਦੇ ਵਿੱਚ ਹਿੰਮਤ ਨਹੀਂ ਸੀ ਕਿ ਉਹ ਉਮਰਦੀਨ ਦੇ ਮੱਥੇ ਲੱਗ ਸਕੇ। ਪਿੰਡ ਦੇ ਵਿੱਚ ਸਦਾ ਉੱਚੀ ਰਹਿਣ ਵਾਲੀ ਧੌਣ ਵਾਲਾ ਅੱਜ ਉਮਰੇ ਦੇ ਅੱਗੇ ਆਪਣੀ ਆਮਦ ਝੁਕਾਈ ਖੜਾ ਸੀ। ਉਮਰੇ ਦੀ ਆਮਦ ਦੇ ਅੱਗੇ ਸਭ ਕੁਝ ਉਸ ਦਾ ਝੁਕ ਗਿਆ ਸੀ। ਉਦੋਂ ਤਾਂ ਉਹ ਰਹਿਮਤੇ ਪਿੱਛੇ ਪਿੰਡ ਦੇ 1-2 ਮੁੰਡਿਆਂ ਨਾਲ ਉਸਨੇ ਖੂਨੀ ਜੰਗ ਵੀ ਲੜੀ ਸੀ, ਪਰ ਅੱਜ ਜਿਵੇਂ ਉਮਰਾ ਬਾਜ਼ੀਆਂ ਹਾਰ ਕੇ ਅੰਤਬਾਜ਼ੀ ਜਿੱਤ ਗਿਆ ਸੀ, ਉਸ ਨੂੰ ਜਿਵੇਂ ਲਾਹਨਤਾਂ ਪਾ ਰਿਹਾ ਸੀ। ਹੁਣ ਇੱਕ ਵਾਰ ਤਾਂ ਆਖਦੇ ਕੋਲ ਜਾ ਕੇ, ਬਈ ਦੇਖ ਲੈ ਚਾਚਾ, ਮੇਰੀ ਇਮਾਨਤ ਸਾਂਭ ਕੇ ਰੱਖੀ ਹੈ, ਮੈਂ ਤੇਰੀ ਇਮਾਨਤ ਸਾਂਭ ਕੇ ਰੱਖੀ ਹੈ। ਪਰ ਬੰਤੇ ਦੇ ਮੂੰਹੋਂ ਇੰਨਾ ਵੀ ਹੌਸਲਾ ਨਹੀਂ ਸੀ ਪੈ ਰਿਹਾ। ਸਰਜੀਤ ਕੌਰ ਜਾਣ ਕੇ ਰਹਿਮਤੇ
ਉੱਥੋਂ ਉੱਠ ਕੇ ਉਸ ਨੂੰ ਕਹਿਣ ਆਏ ਸੀ ਕਿ ਜਾ ਕੇ ਆਪਣੀ ਆਤਮਾ ਵਿੱਚੋਂ ਹੀ ਇਹ ਬੋਲ। ਚੇਤਨਾ ਉਸ ਦੀ ਸਾਥ ਨਹੀਂ ਸੀ ਦੇ ਰਹੀ, ਸ਼ਾਇਦ ਉਸ ਦੀ ਆਤਮਾ ਹੀ ਪੁਕਾਰ ਰਹੀ ਸੀ, ਪਰ ਉਸ ਕੋਲ ਆਪਣੀ ਆਤਮਾ ਦੀ ਆਵਾਜ਼ ਨਹੀਂ ਸੀ ਸੁਣੀ ਜਾ ਰਹੀ। ਤੇ ਸੁਣੀ ਵੀ ਕਦੋਂ ਸੀ? ਉਸ ਦੇ ਕੰਨਾਂ ਦੇ ਵਿੱਚ ਅਜੇ ਭਾਦੋਂ ਦੇ ਮਹੀਨੇ ਦੀ ਉਸ ਰਾਤ ਦੇ ਸਨਾਟੇ ਨੂੰ ਵਿੰਨ੍ਹਦੇ ਬੋਲ ਅਜੇ ਵੀ ਗੂੰਜ ਰਹੇ ਸਨ, ਜੋ ਕਦੇ ਰਹਿਮਤੇ ਨੇ ਉਸ ਨੂੰ ਬੰਤੇ ਨੂੰ ਕਿਹਾ ਸੀ, ਬਾਈ ਤੂੰ ਮੈਨੂੰ ਆਪਣੀ ਧਰਮ ਦੀ ਭੈਣ ਬਣਾ ਕੇ ਰੱਖ ਲੈ, ਭਾਵੇਂ ਕਿਸੇ ਨਾਲ ਤੋਰ ਦੇਈਂ, ਬਾਈ ਤਾਈ ਨੂੰ ਤਾਈ ਹੀ ਰਹਿਣ ਦੇ, ਸੱਸ ਨਾ ਬਣਾ। ਰਾਣੋ ਤੇ ਭੋਲੀ ਮੇਰੀਆਂ ਸਖੀਆਂ ਸਹੇਲੀਆਂ ਸੀਗੀਆਂ, ਜਾਣੀ ਕਿ ਬੰਤੇ ਦੀਆਂ ਭੈਣਾਂ ਰਾਣੋ ਤੇ ਭੋਲੀਆਂ, ਉਹਦੇ ਬਾਰੇ ਕਹਿ ਰਹੀ ਸੀ ਜਦੋਂ ਇਹਨਾਂ ਦਾ ਜਾਣੀ ਕਿ ਬੰਤਾ ਸਿੰਘ ਨੇ ਰਹਿਮਤੇ ਜਾਣੀ ਕਿ ਸੁਰਜੀਤ ਕੌਰ ਨੂੰ ਆਪਣੀ ਪਤਨੀ ਬਣਾਇਆ ਸੀ, ਤਾਂ ਉਦੋਂ ਉਸ ਰਹਿਮਤੇ ਨੇ ਜਾਣੀ ਸੁਰਜੀਤ ਨੇ ਇਸ ਬੰਤਾ ਸਿੰਘ ਨੂੰ ਕਿਹਾ ਸੀ ਕਿ ਤੂੰ ਮੈਨੂੰ ਆਪਣੀ ਧਰਮ ਦੀ ਭੈਣ ਬਣਾ ਲੈ, ਪਰ ਮੈਂ ਤਾਂ ਤੈਨੂੰ ਭਰਾ ਮੰਨਦੀ ਰਹੀ ਹਾਂ, ਤੇਰੀਆਂ ਭੈਣਾਂ ਵੀ ਮੇਰੀਆਂ ਭੈਣਾਂ ਵਰਗੀਆਂ ਨੇ, ਤੇਰੀ ਮਾਂ ਨੂੰ ਮੈਂ ਤਾਈ ਕਹਿੰਦੀ ਸੀ, ਤੂੰ ਉਸ ਨੂੰ ਮੇਰੀ ਤਾਈ ਹੀ ਰਹਿਣ ਦੇ, ਸੱਸ ਨਾ ਬਣਾ। ਆਪਣੀ ਧਰਮ ਦੀ ਭੈਣ ਬਣਾ ਲੈ, ਫਿਰ ਭਾਵੇਂ ਕਿਸੇ ਹੋਰ ਥਾਂ ਤੋਰਦੀ, ਕਿਉਂਕਿ ਮੈਂ ਤੈਨੂੰ ਭਰਾ ਦੇ ਤੌਰ ਤੇ ਵੇਖਦੀ ਰਹੀ ਹਾਂ। ਅੰਤਮ ਸਮੇਂ ਤੱਕ ਰਹਿਮਤੇ ਬੰਤਾ ਸਿੰਘ ਦੇ ਹਾੜੇ ਕੱਢਦੀ ਰਹੀ, ਤੇ ਇਹ ਸਭ ਕੁਝ ਉਸ 1947 ਦੇ ਭਾਦੋਂ ਮਹੀਨੇ ਦੀ ਰਾਤ ਨੂੰ ਯਾਦ ਕਰਕੇ ਬੰਤਾ ਸਿੰਘ ਦੀ ਰੂਹ ਛਲਣੀ ਹੋ ਰਹੀ ਸੀ। ਫਿਰ ਕੁਝ ਹੀ ਛਿਣਾਂ ਦੇ ਵਿੱਚ ਰਹਿਮਤੇ ਜਾਣੀ ਕਿ ਸੁਰਜੀਤ ਕੌਰ ਦੀਆਂ ਚੀਕਾਂ ਤੇ ਹਟਕੋਰਿਆਂ ਦੇ ਵਿੱਚ ਰਹਿਮਤੇ ਹਮੇਸ਼ਾ ਲਈ ਮਰ ਗਈ ਸੀ, ਤੇ ਸੁਰਜੀਤ ਕੌਰ ਉਸ ਮਲੇਸ਼ ਦੇਹੀ ਚੋਂ ਨਿਕਲ ਆਈ ਸੀ। ਤੇ ਕਈ ਦਿਨ ਤੱਕ ਸੁਰਜੀਤ ਕੌਰ ਦੇ ਕੰਨਾਂ ਦੇ ਵਿੱਚ ਇਹ ਬੋਲ ਸੂਲੀ ਵਾਂਗ ਚੁਭਦੇ ਰਹੇ, ਦੇਖ ਸਾਲੀ ਮੁਸਲੀ ਕਰਦੀ ਕੀ ਹੈ, ਥੋੜਿਆਂ ਨੇ ਉਧਰ ਸਾਡੀਆਂ ਨਾਲ ਘੱਟ ਕੀਤੀ ਹੈ, ਮੈਂ ਤੈਨੂੰ ਕਿਵੇਂ ਬਖਸ਼ ਦਿਆਂ, ਕਿਵੇਂ ਤੈਨੂੰ ਆਪਣੀ ਭੈਣ ਬਣਾ ਲਿਆ। ਬੰਤਾ ਸਿੰਘ ਨੂੰ ਕੋਈ ਕੁਝ ਵੀ ਕਹਿਣ ਵਾਲਾ ਨਹੀਂ ਸੀ, ਸਵਾਤ ਦਾ ਹਨੇਰਾ ਉਸ ਦੀ ਹਰੇਕ ਹਰਕਤ ਨੂੰ ਪਨਾਹ ਦੇ ਰਿਹਾ ਸੀ। ਬੰਤਾ ਜੋ ਹੁਣ ਬੰਤਾ ਸਿੰਘ ਬਣ ਕੇ ਪਿੰਡ ਦੇ ਗੁਰੂ ਘਰ ਦਾ ਪ੍ਰਧਾਨ ਸੀ, ਰਹਿਮਤੇ ਨੂੰ ਉਸਨੇ ਉਦੋਂ ਗੁਰਦੁਆਰੇ ਲਿਜਾ ਕੇ ਅੰਮ੍ਰਿਤ ਨਹੀਂ ਸੀ ਛਕਾਇਆ, ਗੁਰੂ ਗ੍ਰੰਥ ਸਾਹਿਬ ਦੀ ਬੀੜ ਘਰੇ ਲਿਆ ਕੇ ਆਨੰਦ ਨਹੀਂ ਸੀ ਪੜਾਏ। ਬਸ ਉਸੇ ਰਾਤ ਬੰਤਾ ਸਿੰਘ ਨੇ ਉਸ ਪਿੰਡ ਦੀ ਧੀ ਨੂੰ ਨੂੰਹ ਦੇ ਵਿੱਚ ਬਦਲ ਦਿੱਤਾ ਸੀ। ਇਸੇ ਤਰ੍ਹਾਂ ਰੇਸ਼ਮਾ ਜੋ ਭੰਗੇ ਦੇ ਘਰ ਵਸਦੀ ਸੀ, ਸ਼ਾਇਦ ਭੰਗੇ ਨੇ ਵੀ ਇਹੋ ਅਮਲ ਦੁਹਰਾਇਆ ਸੀ, ਉਹ ਰੇਸ਼ਮਾ ਤੋਂ ਰੇਸ਼ਮਾ ਕੌਰ ਬਣ ਗਈ ਸੀ। ਇਹ ਉਹ ਰਾਤ ਸੀ ਜਦੋਂ ਪਿੰਡ ਦੇ ਕੁੱਤੇ ਤਾਜ਼ੇ ਡੁੱਲੇ ਖੂਨ ਨੂੰ ਚੱਟਦੇ ਫਿਰਦੇ ਸਨ ਤੇ ਫਿਰਨੀ ਤੇ ਲੋਥਾਂ ਨੂੰ ਘੜੀਸੀ ਫਿਰਦੇ ਸਨ। ਉਸ ਰਾਤ ਨੇ ਜੋ ਅਣਤੋਲੇ ਪੱਥਰ ਪਿੰਡ ਦੀਆਂ ਦੋ ਧੀਆਂ ਦੇ ਸਿਰ ਤੇ ਰੱਖ ਦਿੱਤੇ ਸਨ, ਤੇ ਇਹ ਰੇਸ਼ਮਾ ਤੋਂ ਰੇਸ਼ਮ ਕੌਰ ਤੇ ਰਹਿਮਤੇ ਤੋਂ ਸਰਜੀਤ ਕੌਰ ਬਣੀ, ਉਹੀ ਪੱਥਰ ਅਜੇ ਤੱਕ ਢੋਈ ਜਾ ਰਹੀਆਂ ਸਨ। ਤੇ ਇਹਨਾਂ ਦਾ ਪਾਕਿਸਤਾਨ ਨੂੰ ਆਇਆ ਬਜ਼ੁਰਗ ਆਪਣੀ ਹੱਡਬੀਤੀ ਦਾ ਕੋਈ ਵਰਕਾ ਨਹੀਂ ਸੀ ਖੋਲ ਰਿਹਾ। ਉਸ ਦੇ ਮੂੰਹੋਂ ਇਹੋ ਬੋਲ ਨਿਕਲ ਰਹੇ ਸਨ, ਸ਼ੁਕਰ ਹੈ ਧਿਆਣਿਓ, ਅੱਜ ਦੋ ਧਰਤੀਆਂ ਮਿਲ ਗਈਆਂ ਨੇ, ਇੱਧਰਲੀ ਧਰਤੀ ਨੇ ਮੈਨੂੰ ਕੁਝ ਤਾਂ ਮੋੜਿਆ, ਸ਼ੁਕਰ ਹੈ ਅੱਲਾ ਪਰਵਦਗਾਰ ਦਾ, ਤੂੰ ਮੈਥੋਂ ਸਭ ਕੁਝ ਖੋਹ ਲਿਆ ਤੇ ਹੁਣ ਮੈਨੂੰ ਮੇਰੀਆਂ ਦੋ ਧੀਆਂ ਤਾਂ ਮੋੜ ਦਿੱਤੀਆਂ। ਅੱਬਾ ਜਾਨ। ਰੇਸ਼ਮ ਕੌਰ ਦੇ ਮੂੰਹੋਂ ਚਾਚਾ ਜਾਨ ਨਹੀਂ ਸੀ ਨਿਕਲ ਰਿਹਾ, ਅੱਬਾ ਜਾਨ ਨਿਕਲਿਆ। ਹੰਝੂਆਂ ਨਾਲ ਤਰ ਅੱਖਾਂ ਚੋਂ ਉਮਰੇ ਨੇ ਖੜੀ ਭੀੜ ਨੂੰ ਵੇਖਿਆ ਤੇ ਸਭ ਸਰਦਾਰਾਂ ਦੀਆਂ ਧੌਣਾਂ ਝੁਕੀਆਂ ਹੋਈਆਂ ਸਨ। ਉਸਨੇ ਧੌਣ ਉੱਚੀ ਉਠਾ ਕੇ ਜਾਣੀ ਕਿ ਉਮਰਦੀਨ ਨੇ ਬੰਤੇ ਵੱਲ ਵੇਖਿਆ ਤੇ ਬੰਤਾ ਸ਼ਾਇਦ ਗੁਰਦੁਆਰੇ ਵੱਲ ਜਾ ਰਿਹਾ ਸੀ, ਪਰ ਉਸ ਦੀ ਧੌਣ ਝੁਕੀ ਹੋਈ ਸੀ। ਸ਼ਾਇਦ ਆਪਣੀ ਆਤਮਾ ਨੂੰ ਝੂਠਾ ਮੂਠਾ ਭਰੋਸਾ ਦੇਣ ਦੇ ਲਈ ਉਹ ਗੁਰੂ ਘਰ ਦੀ ਓਟ ਆਸਰੇ 'ਚ ਜਾ ਰਿਹਾ ਸੀ, ਤੇ ਉਸ ਦੀ ਧੌਣ ਝੁਕੀ ਹੋਈ ਸੀ। ਉਹ ਕਿਸੇ ਨਾਲ ਅੱਖ ਮਿਲਾਉਣ ਦੇ ਕਾਬਲ ਨਹੀਂ ਸੀ ਰਿਹਾ। ਇਹ ਸੀ ਦੋਸਤੋ ਕਹਾਣੀ ਅੱਬਾ ਜਾਨ ਆ ਗਏ। ਇਸ ਕਹਾਣੀ ਦਾ ਲਿਖਤਮ ਨੇ ਅਤਰਜੀਤ। ਮੇਰੀਆਂ ਵੀ ਅੱਖਾਂ ਬਹੁਤ ਨਮ ਹੋਈਆਂ, ਰੁਕਣਾ ਪਿਆ ਕਹਾਣੀ ਪੜ੍ਹਦਿਆਂ। ਪਰ ਅਫਸੋਸ ਕਿ ਉਹ ਰੱਤ ਵਹਾਉਣ ਵਾਲੇ ਮਜ਼ਹਬੀ ਜਨੂਨ 'ਚ ਆਏ ਲੋਕ ਪਤਾ ਨਹੀਂ ਕਿਉਂ ਨਹੀਂ ਆਪਣੇ ਹੱਥ ਰੋਕਦੇ। ਪਰ ਸੰਸੋਂ ਵਰਗੇ ਜਾਂਬਾਜ਼ ਜਿਨ੍ਹਾਂ ਨੇ ਪਤਾ ਨਹੀਂ ਕਿੰਨੀਆਂ ਕੁ ਧੌਣਾਂ ਵੱਢੀਆਂ, ਜਦ ਜੈਨਾਂ ਨੇ ਉਸ ਨੂੰ ਆਪਣੇ ਭਰਾ ਹੋਣ ਦਾ ਵਾਸਤਾ ਪਾਇਆ, ਉਸ ਨਾਲ ਬਚਪਨ ਦੇ ਵਿੱਚ ਖੇਡੀਆਂ ਹੋਈਆਂ ਖੇਡਾਂ, ਉਸ ਨੂੰ ਬਾਈ ਦੇ ਤੌਰ ਤੇ ਕਿਵੇਂ ਉਹ ਪਿਆਰ ਦੀ ਸਤਿਕਾਰਦੀ ਸੀ, ਤਾਂ ਉਹ ਪ੍ਰਸੰਨ ਸਿੰਘ ਜਿਹੜਾ ਪਿੰਡ ਦੀਆਂ ਧੀਆਂ ਨੂੰ ਪਿੰਡ ਦੇ ਵਿੱਚ ਨੂੰਹਾਂ ਨਹੀਂ ਸੀ ਬਣਾਉਣ ਦੇਣਾ ਚਾਹੁੰਦਾ, ਗੁਰੂ ਘਰੋਂ ਸ਼ਮਸ਼ਾਨ ਘਾਟ ਲੈ ਆਇਆ ਸੀ, ਉਹ ਵੀ ਜਦੋਂ ਜੈਨਾਂ ਨੇ ਉਸ ਨੂੰ ਭਰਾ ਦਾ ਵਾਸਤਾ ਪਾਇਆ ਤੇ ਉਸ ਦੀ ਵੀ ਤਲਵਾਰ ਜਿਹੜੀ ਕਿਰਪਾਨ ਦਾ ਰੂਪ ਹੈ ਉਹ ਡਿੱਗ ਗਈ ਸੀ। ਪਰ ਉਹ ਜੈਨਾਂ ਵੀ ਆਖਰ ਕਿਸੇ ਹੋਰ ਮਜ਼ਹਬੀ ਨੇ ਝਟਕਾ ਸੁੱਟੀ। ਪਰ ਇਹ ਰਹਿਮਤੇ ਜਾਣੀ ਕਿ ਸੁਰਜੀਤ ਕੌਰ ਤੇ ਰੇਸ਼ਮਾ ਜਾਣੀ ਕਿ ਰੇਸ਼ਮ ਕੌਰ ਦਾ ਦਰਦ ਨਹੀਂ, ਏਦਾਂ ਕਿੰਨੀਆਂ ਪੰਜਾਬ ਦੀਆਂ ਹਿੰਦੂ ਸਿੱਖ ਧਿਆਣੀਆਂ ਪਾਕਿਸਤਾਨ ਦੇ ਵਿੱਚ ਵੱਢੀਆਂ ਗਈਆਂ। ਕੀ ਨਿਕਲਿਆ?
ਅੱਜ ਵੀ ਅਸੀਂ ਸ਼ੈਤਾਨ ਦੇ ਰੂਪ 'ਚ ਇਹੀ ਕੁਝ ਕਰ ਰਹੇ ਹਾਂ। ਕਦੇ 84, ਕਦੇ 47, ਕਦੇ ਗੋਧਰਾ। 84 'ਚ ਦਿੱਲੀ, ਕਾਨਪੁਰ, ਬੋਕਾਰੋ, ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ ਕੀ ਹੋਇਆ, ਪਰ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਕੀ ਹੁੰਦਾ ਰਿਹਾ। ਅੱਜ ਵੀ ਬਹੁਤ ਸਾਰੇ ਪੋਲੀਟੀਕਲ ਕੁੱਤੇ, ਮਜ਼ਹਬਾਂ ਦੇ ਭੇੜੀਏ ਇਹੀ ਖੇਡ ਖੇਡ ਰਹੇ ਨੇ। ਸੋਚਣਾ ਅਸੀਂ ਹੈ ਕਿ ਕੱਲ ਨੂੰ ਸਾਡੀਆਂ ਧਿਆਣੀਆਂ ਦੀਆਂ ਏਦਾਂ ਕਹਾਣੀਆਂ ਨਹੀਂ ਵੀਡੀਓ ਆਉਣਗੀਆਂ। ਇਹ ਤਾਂ ਉਸ ਵਕਤ ਅਤਰਜੀਤ ਜਾਂ ਹੋਰ ਕਹਾਣੀਕਾਰਾਂ ਦੀਆਂ ਕੁਝ ਹੱਡ ਬੀਤੀਆਂ ਨੇ ਤੇ ਕੁਝ ਕਲਪਨਾਵਾਂ ਨੇ, ਪਰ 10 ਲੱਖ ਤੋਂ ਵੱਧ ਧੀਆਂ ਦਾ ਕਤਲ ਹੋਇਆ। ਇਹ ਰਾਮਰਾਜ ਹੈ, ਇਹ ਬੇਗਮਪੁਰਾ ਹੈ, ਇਹ ਸਿੱਖ ਫਲਸਫਾ, ਇਹ ਖਾਲਿਸਤਾਨ ਹੈ, ਇਹ ਪਾਕਿਸਤਾਨ ਹੈ, ਇਹ ਹਿੰਦੁਸਤਾਨ ਹੈ।